ਆਪਣੀਆਂ ਕਾਰਾਂ ਨੂੰ ਚਾਰਜ ਕਰਨ ਵਾਸਤੇ ਆਪਣੇ ਕੋਲ એનર્ਜੀ ਹੈ, ਆਪਣੇ ਕੋਲ ਤਾਂ ਵਿੰਡ ਮਿਲਸ ਵੀ ਨਹੀਂ ਹੈਗੇ, ਆਪਣੇ ਕੋਲ ਤਾਂ ਸੋਲਰ ਪਾਵਰ 'ਤੇ એનર્ਜੀ ਵੀ ਨਹੀਂ ਹੈਗੀ, ਅਤੇ ਆਪਾਂ ਆਪਣੇ ਜਿਹੜੇ ਐਗਜ਼ਿਸਟਿੰਗ ਇਲੈਕਟ੍ਰੀਕਲ ਗ੍ਰਿਡਸ ਨੇ ਉਹਨਾਂ 'ਚ ਇੰਨੀ ਪਾਵਰ ਹੀ ਨਹੀਂ ਹੈ, ਇਹਨਾਂ 'ਚ ਇੰਨੀ ਕਪੈਸਿਟੀ ਨਹੀਂ ਪਰ ਹੈ। ਉਹਨੂੰ ਬਿਲਡ ਕੀਤਾ ਜਾ ਸਕਦਾ ਆਉਣ ਵਾਲੇ ਸਾਲਾਂ 'ਚ। ਆਪਾਂ ਕਰ ਸਕਦੇ ਹਾਂ, ਬਟ ਕੀ ਉੱਧਰਲੇ ਪਾਸੇ ਆਪਾਂ ਇਨਵੈਸਟ ਕਰ ਰਹੇ ਹਾਂ? ਨਹੀਂ ਕਰ ਰਹੇ। ਆਪਾਂ ਬੈਟਰੀਜ਼ ਲਾਉਣ ਦੀਆਂ ਫੈਕਟਰੀਆਂ ਲਾ ਰਹੇ ਹਾਂ। ਅੱਜ ਤੋਂ 8 ਸਾਲ ਪਹਿਲਾਂ 9 ਸਾਲ ਪਹਿਲਾਂ ਬ੍ਰੈਡ ਦੀਆਂ ਪ੍ਰਾਈਸਿਸ ਦੀ ਫਿਕਸਿੰਗ ਹੋਈ, ਕੀ ਹੋਇਆ? ਕੁਛ ਨਹੀਂ ਹੋਇਆ। ਪਿਛਲੇ ਸਾਲ ਆਪਣੀ ਫੈਡਰਲ ਗਵਰਨਮੈਂਟ ਨੇ ਜਿਹੜੇ ਆਪਣੇ ਮੇਜਰ ਗਰੋਸਰਸ ਨੇ ਉਹਨਾਂ ਦੇ CEOs ਨੂੰ ਬੁਲਾ ਕੇ ਇੰਟਰਵਿਊਜ਼ ਕੀਤੀਆਂ, ਕੀ ਹੋਇਆ? ਹਜੇ ਵੀ ਕੈਨੇਡਾ ਦੇ ਵਿੱਚ ਆਪਾਂ ਗਰੋਸਰੀਜ਼ ਆ ਜਿਹੜੀਆਂ 6.9% ਜ਼ਿਆਦਾ ਮਹਿੰਗੀਆਂ ਖਰੀਦ ਰਹੇ ਹਾਂ US ਤੋਂ। ਆਈ ਅੰਡਰਸਟੈਂਡ ਕਿ ਟਰਾਂਸਪੋਰਟੇਸ਼ਨ ਦੀਆਂ ਕਾਸਟ ਹੈਗੀਆਂ ਨੇ, ਬਟ ਕੀ ਉੱਥੇ ਆਲਰੇਡੀ 2.1% ਤੱਕ ਗਰੋਸਰੀਜ਼ ਆ ਚੁੱਕੀਆਂ ਨੇ, ਆਪਾਂ ਹਜੇ ਵੀ 6.9% ਪੇ ਕਰ ਰਹੇ ਹਾਂ। ਵਾਈ? ਜਿਹੜੇ ਬੰਦੇ ਕਿਸੇ ਆਈਡੀਓਲੋਜੀ ਨਾਲ ਜੁੜੇ ਹੁੰਦੇ ਨੇ ਨਾ, ਜਨਰਲੀ ਉਹਨਾਂ ਦਾ ਸੋਚਣ ਦਾ ਨਜ਼ਰੀਆ ਹੁੰਦਾ ਵੀ ਜੋ ਤਾਂ ਮੈਂ ਸੋਚ ਰਿਹਾ, ਮੇਰਾ ਤਾਂ ਜਿਹੜਾ ਵਿਚਾਰ ਹੈ ਬਹੁਤ ਇਨਫੋਰਮਡ ਫੈਸਲਾ, ਅਤੇ ਮੈਂ ਇਹ ਗੱਲ ਕਹਿਣ ਲਈ ਕੁਆਲੀਫਾਈਡ ਹਾਂ। ਉਹ ਦੁਨੀਆ ਦੇ ਕਲਾਈਮੇਟ ਚੇਂਜ ਤੋਂ ਲੈ ਕੇ ਅਤੇ ਪੋਲੀਟੀਕਲ ਇਸ਼ੂ ਤੱਕ ਹਰ ਚੀਜ਼ ਬਾਰੇ ਆਪਣੇ ਆਪ ਨੂੰ ਐਕਸਪਰਟ ਸਮਝਦਾ ਹੁੰਦਾ, ਪੋਲੀਟੀਕਲ ਪਾਰਟੀਆਂ ਨਾਲ ਜੁੜਿਆ ਬੰਦਾ। ਪਰ ਜਦੋਂ ਉਸ ਤੋਂ ਕੋਈ ਡਿਫਰੈਂਟ ਵਿਊ ਸੁਣਦਾ, ਉਦੋਂ ਪਹਿਲਾ ਸਵਾਲ ਕਰਦਾ ਇਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ, ਜਾਂ ਇਹਨਾਂ ਦੀ ਕੀ ਅਥਾਰਟੀ ਹੈ, ਜਾਂ ਇਹਨਾਂ ਕੋਲ ਕੀ ਡੇਟਾ। ਕਿਉਂਕਿ ਹਰ ਇੱਕ ਬੰਦੇ ਨੇ ਆਪਣੀ ਪਸੰਦ ਦੀਆਂ 4 ਕਿਤਾਬਾਂ ਪੜ੍ਹੀਆਂ ਹੁੰਦੀਆਂ, ਉਹਨੂੰ ਲੱਗਦਾ ਵੀ ਜਿਹੜੀਆਂ ਕਿਤਾਬਾਂ ਮੈਂ ਪੜ੍ਹੀਆਂ ਦੁਨੀਆ 'ਚ ਇਹੀ ਡੇਟਾ। ਅਤੇ ਹੁਣ ਅਸੀਂ ਗੱਲਬਾਤ ਕਰਨੀ ਹੈ ਇਸ ਵੇਲੇ ਜਿਹੜਾ ਇਹ ਸਾਲ ਹੈ, ਇਹਦੇ 'ਚ ਸਾਡੇ ਕੰਟਰੀ ਦੀ ਇਕੋਨਮੀ, ਨਾਰਥ ਅਮਰੀਕਨ ਇਕੋਨਮੀ ਜਾਂ ਗਲੋਬਲ ਇਕੋਨਮੀ ਕਿਸ ਪਾਸੇ ਨੂੰ ਜਾ ਰਹੀ ਹੈ, ਜਾ ਸਕਦੀ ਹੈ, ਟਰੈਂਡਸ ਕੀ ਨੇ। ਇਹ ਉਹ ਟਰੈਂਡ ਜਿਹੜੇ ਸਾਨੂੰ ਬਿਜ਼ਨਸ ਅਤੇ ਇਕੋਨਮੀ ਦੇ ਜਿਹੜੇ ਸਰਕਲ ਨੇ ਉੱਥੋਂ ਪਤਾ ਲੱਗਦੇ ਨੇ, ਜਾਂ ਪੋਲੀਟਿਕਸ ਅਤੇ ਬਿਜ਼ਨਸ ਇਕੋਨਮੀ ਦਾ ਜੋ ਲਿੰਕ ਹੈ ਉੱਥੋਂ ਜੋ ਸੂਹਾਂ ਜਾਂ ਜੋ ਟਰੈਂਡਸ ਨਜ਼ਰ ਆਉਂਦੇ ਨੇ, ਉਹਨਾਂ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰਾਂਗੇ। ਅਤੇ ਇਸ ਗੱਲਬਾਤ 'ਚ ਸਾਡੇ ਨਾਲ ਸਟੂਡੀਓ 'ਚ ਮੀਨਾਕਸ਼ੀ ਜੀ ਨੇ, ਜਿਹੜੇ ਕਿ ਕਾਮੈਂਟ ਕਰਦੇ ਨੇ ਇਹਨਾਂ ਇਸ਼ੂਜ਼ ਦੇ ਉੱਤੇ, ਗਲੋਬਲ ਇਸ਼ੂ ਦੇ ਉੱਤੇ, ਇਕੋਨਮੀ ਅਤੇ ਪੋਲੀਟਿਕਸ ਦੇ ਇਸ਼ੂ ਦੇ ਉੱਤੇ, ਗਲੋਬਲ ਜਾਂ ਇਕਨੋਮਿਕ ਟਰੈਂਡਸ ਦੇ ਉੱਤੇ। ਅਤੇ ਮੀਨਾਕਸ਼ੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੁੱਡ ਮਾਰਨਿੰਗ। ਐਕਸਕਿਊਜ਼ ਮੀ। ਗੁੱਡ ਮਾਰਨਿੰਗ ਸ਼ਮੀਲ ਜੀ। ਗੁੱਡ ਮਾਰਨਿੰਗ ਟੋਰਾਂਟੋ। ਤੁਸੀਂ ਜਿੱਦਾਂ ਦਾ ਤੁਹਾਡਾ ਪ੍ਰੋਫੈਸ਼ਨ ਹੈ, ਤੁਹਾਡਾ ਵਾਹ ਪੈਂਦਾ ਰਹਿੰਦਾ ਜਿਹੜੇ ਬਿਜ਼ਨਸ ਦੀ ਦੁਨੀਆ 'ਚ, ਅਤੇ ਕਿਸ ਤਰ੍ਹਾਂ ਦਾ ਉੱਥੋਂ ਕੀ ਉਹ ਕਿਵੇਂ ਦੇਖ ਰਹੇ ਨੇ ਜਿਹੜੇ ਟਰੈਂਡ ਨੇ ਇਸ ਵੇਲੇ ਚੱਲ ਰਹੇ? ਸ਼ਮੀਲ ਜੀ, 2024 ਦੂਸਰਾ ਸਾਲ ਹੋਊਗਾ ਜਦੋਂ ਆਪਾਂ ਕੋਵਿਡ 'ਚੋਂ ਪੂਰੀ ਤਰ੍ਹਾਂ ਬਾਹਰ ਇਕਨੋਮਿਕਲੀ ਕਹਿ ਸਕਦੇ ਹਾਂ ਵੀ ਬਾਹਰ ਨਿਕਲੇ ਹਾਂ। ਆਪਣੀ ਸਪਲਾਈ ਚੇਨਸ ਨੋਰਮਲੀ ਰਿਜ਼ਿਊਮ ਹੋ ਗਈਆਂ ਨੇ, ਐਂਡ ਜਿਹੜੀ ਇਕਨੋਮਿਕ ਵਰਲਡ ਹੈ, ਸਪੈਸ਼ਲੀ ਪ੍ਰਾਈਵੇਟ ਇਨਵੈਸਟਰ ਸੈਕਟਰ ਹੈ, ਜਿਹਨੂੰ ਵੈਂਚਰ ਕੈਪੀਟਲਿਸਟ ਸੈਕਟਰ ਵੀ ਕਿਹਾ ਜਾਂਦਾ ਵਾ, ਉਹ ਕਾਫੀ ਆਪਟਿਮਿਸਟਿਕ ਨੇ ਇਸ ਸਾਲ ਨੂੰ ਲੈ ਕੇ, ਕਿਉਂਕਿ ਪਿਛਲੇ ਸਾਲ ਉਹਨਾਂ ਨੇ ਕਾਫੀ ਕੰਜ਼ਰਵੇਟਿਜ਼ਮ ਦਿਖਾਈ। ਕਾਫੀ ਰੀਜ਼ਨ ਸੀਗੇ, ਜਿਓਪੋਲੀਟੀਕਲ ਰੀਜ਼ਨ ਜ਼ਿਆਦਾ ਸੀਗੇ। ਫੋਰ ਐਗਜ਼ਾਮਪਲ ਯੂਕਰੇਨ ਦੀ ਵਾਰ ਚੱਲ ਰਹੀ ਸੀ, ਉੱਤੋਂ ਦੀ ਜਿਹੜਾ ਇਜ਼ਰਾਈਲ 'ਚ ਅਨਐਕਸਪੈਕਟਡ ਸਿਚੁਏਸ਼ਨ ਬਣ ਗਈ ਇਜ਼ਰਾਈਲ ਐਂਡ ਪੈਲਸਟੀਨ ਦੇ ਨਾਲ ਰਿਲੇਟਡ। ਉਸ ਚੀਜ਼ ਨੇ ਫਰਦਰ ਜਿਹੜਾ ਮਾਰਕੀਟ ਸੈਂਟੀਮੈਂਟ ਹੈ ਉਹਨੂੰ ਕਾਫੀ ਡਿਸਟਰਬ ਕਰਤਾ। ਐਂਡ ਇਜ਼ਰਾਈਲ ਇੱਕ ਇਹੋ ਜਿਹੀ ਕੰਟਰੀ ਸੀ ਜਿਹੜੀ ਛੋਟੀ ਹੋਣ ਦੇ ਬਾਵਜੂਦ ਕਾਫੀ ਜ਼ਿਆਦਾ ਕੈਪੀਟਲ ਇਨਵੈਸਟਮੈਂਟ ਅਟਰੈਕਟ ਕਰਦੀ ਸੀ, ਕਿਉਂਕਿ ਉਹਨਾਂ ਦੀਆਂ ਪੋਲਿਸੀਜ਼ ਬਹੁਤ ਫਰੈਂਡਲੀ ਨੇ, ਅਤੇ ਉਹਨਾਂ ਦਾ ਜਿਹੜਾ ਕਲਚਰ ਹੈ ਉਹ ਬਹੁਤ ਸਟਾਰਟਅਪ ਕਲਚਰ ਸੀ। ਉਹਨੂੰ ਸਟਾਰਟਅਪ ਨੇਸ਼ਨ ਆਫ ਦ ਵਰਲਡ ਕਰਕੇ ਕਿਹਾ ਜਾਂਦਾ ਸੀ। ਛੋਟੀ ਕੰਟਰੀ, ਛੋਟੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਉਹਨਾਂ ਕੋਲ ਸਕਿੱਲ ਸੈਕਟਰ ਬਹੁਤ ਅੱਛਾ ਸੀ, ਅਤੇ ਇਸ ਕਰਕੇ ਕਾਫੀ ਇਨਵੈਸਟਰਸ ਉੱਧਰ ਨੂੰ ਜਾਂਦੇ ਸੀ। ਬਟ ਉਹ ਜੋ ਮੇਰੇ ਨੋਟਿਸ 'ਚ ਆਇਆ, ਕਾਫੀ ਇਨਵੈਸਟਰਸ ਨੇ ਉੱਥੋਂ ਪੈਸਾ ਖਿੱਚ ਲਿਆ, ਬਿਕੋਜ਼ ਕੋਈ ਵੀ ਇਨਵੈਸਟਰ ਆਪਣਾ ਪੈਸਾ ਰਿਸਕ ਨਹੀਂ ਕਰਨਾ ਚਾਹੁੰਦਾ। ਕੋਈ ਵੀ ਅਨਸਰਟਨਿਟੀ ਜਿਹੜੀ ਮਾਰਕੀਟ ਆ ਉਹ ਨਹੀਂ ਲਾਈਕ ਕਰਦੀ, ਆਪਾਂ ਜਿਵੇਂ ਸੁਣਦੇ ਰਹਿੰਦੇ ਹਾਂ, ਗੱਲ ਕਰਦੇ ਰਹਿੰਦੇ ਹਾਂ। ਸੋ ਹੁਣ ਵਾਪਸ ਇੰਟਰਸਟਿੰਗਲੀ ਜੋ ਪੋਲੀਟੀਕਲ ਮਾਹੌਲ ਵਰਲਡ 'ਚ ਬਣ ਰਿਹਾ ਵਾ, ਮੇਜਰ ਇਕੋਨਮੀਜ਼ ਦਾ ਐਂਡ ਮੇਜਰ ਡੈਮੋਕਰੇਸੀਜ਼ ਦਾ, 2 ਮੇਜਰ ਡੈਮੋਕਰੇਸੀਜ਼ ਇਲੈਕਸ਼ਨਸ 'ਚ ਜਾਣਗੀਆਂ ਇਸ ਸਾਲ। ਇੰਡੀਆ, which is the largest democracy in the world, and United States, which is the oldest democracy in the world. ਤੇ ਦੋਨੋਂ ਕੰਟਰੀਜ਼ ਬਹੁਤ ਇੰਪੋਰਟੈਂਟ ਨੇ, ਇੱਕ ਈਸਟ 'ਚ ਇੱਕ ਵੈਸਟ 'ਚ, ਅਤੇ ਪਾਵਰ ਜਿਹੜਾ ਬੈਲੈਂਸ ਹੈ ਜਾਂ ਡਾਇਨੈਮਿਕਸ ਹੈ ਉਹ ਦੋਨੋਂ ਕੰਟਰੀਜ਼ ਦਾ ਬਹੁਤ ਸਟਰੋਂਗ ਆ। ਇੰਡੀਆ ਦਾ ਖਾਸ ਕਰਕੇ ਹੁਣ ਇਸ ਕਰਕੇ ਕਿਉਂਕਿ ਵਰਲਡ ਬੈਂਕ ਦੀ ਰਿਪੋਰਟ ਜੋ 2024 ਦੀ ਇਕਨੋਮਿਕ ਆਊਟਲੁੱਕ ਆਈ ਆ, ਉਹਨਾਂ ਨੇ ਕਿਹਾ ਵੀ ਇੰਡੀਆ ਹੀ ਇੱਕ ਇਹੋ ਜਿਹੀ ਕੰਟਰੀ ਹੈ ਜਿਹੜੀ ਕਿ ਅਨਐਕਸਪੈਕਟਡਲੀ ਰਿਪੀਟਡ ਗਰੋਥ
ਦਿਖਾ ਰਹੀ ਆ। ਉਹਨਾਂ ਨੇ ਪ੍ਰੋਜੈਕਟ ਕੀਤਾ ਵਾ 6.2% ਗਰੋਥ ਰੇਟ। ਇੰਡੀਆ ਆਪਣੇ ਨੰਬਰਸ ਦੇ ਹਿਸਾਬ ਨਾਲ 6.7 ਕਰ ਰਿਹਾ, ਲਾਈਕ 0.45 ਦਾ ਡਿਫਰੈਂਸ ਹੈ, % ਦਾ ਡਿਫਰੈਂਸ ਹੈ। ਐਂਡ ਵਰਲਡ ਬੈਂਕ ਨੇ ਕਿਹਾ ਕਿ ਬਾਕੀ ਦੀ ਜਿਹੜੀਆਂ ਇਕੋਨਮੀਜ਼ ਨੇ, ਡਿਵੈਲਪਡ ਕੰਟਰੀਜ਼ ਦੀਆਂ ਇਕੋਨਮੀਜ਼ ਨੇ, ਉਹ on an average 2.9%, ਪੂਰੀ ਗਲੋਬਲ ਇਕੋਨਮੀ 2.9% ਗਰੋ ਕਰੇਗੀ। that includes other big countries like China. So I think ਇਹ ਬਹੁਤ significant ਹੈ specifically ਇੰਡੀਆ ਵਾਸਤੇ, but just to get a general sense ਵੀ ਕਿੱਥੇ ਕੀ ਹੋ ਰਿਹਾ। ਵਾਪਸ USA 'ਚ ਆ ਜਾਓ। ਇੱਥੇ ਇਲੈਕਸ਼ਨਸ ਨੇ ਜਿਹੜੇ ਆਪਾਂ ਸਾਰੇ ਸੁਣ ਰਹੇ ਹਾਂ, ਨਿਊਜ਼ ਕੀ ਆ ਰਹੀਆਂ ਨੇ, ਕਾਫੀ ਸਟਰੋਂਗ ਸੈਂਟੀਮੈਂਟ ਟੂਵਰਡਸ ਦ ਰਿਪਬਲਿਕਨਸ ਹੈ। ਪ੍ਰੋ ਟਰੰਪ ਸੈਂਟੀਮੈਂਟ ਕਾਫੀ ਜ਼ਿਆਦਾ ਹੈ ਜੋ ਅਸੀਂ ਸੁਣ ਰਹੇ ਹਾਂ ਮਾਰਕੀਟਸ ਦੇ ਵਿੱਚ ਵੀ। ਐਂਡ ਮਾਰਕੀਟ ਥੋੜ੍ਹੀ ਜਿਹੀ ਖੁਸ਼ ਆ ਹੁਣ, ਇਸ ਵਾਸਤੇ ਨਹੀਂ ਕਿ ਉਹ ਕਹਿੰਦੇ ਆ ਕਿ ਟਰੰਪ ਬਹੁਤ ਕੋਈ ਵਧੀਆ ਬਿਜ਼ਨਸਮੈਨ ਐਂਡ ਆਲ। ਮਾਰਕੀਟ ਡਜ਼ਨਟ ਕੇਅਰ ਅਬਾਊਟ ਹਿਜ਼ ਪਰਸਨਲ ਚੋਇਸਿਸ ਦੈਟ ਹੀ ਮੇਕਸ ਫॉर ਹਿਜ਼ ਬਿਜ਼ਨਸ। ਮਾਰਕੀਟਸ ਇਹ ਦੇਖਦੀਆਂ ਨੇ ਕਿ ਰਿਪਬਲਿਕਨ ਐਜ਼ ਅ ਪਾਰਟੀ ਜਨਰਲੀ ਦੇ ਆਰ ਮੋਰ ਪ੍ਰੋ, ਲਾਈਕ ਬਾਹਰ ਸਪੈਂਡਿੰਗ ਘੱਟ ਕਰਦੇ ਨੇ, ਸੋਸ਼ਲ ਸਰਵਿਸ ਘੱਟ ਕਰਦੇ ਨੇ, ਆਪਣੀ ਕੰਟਰੀ ਦੇ ਵੈਲ ਬੀਇੰਗ ਅਤੇ ਵੈਲਫੇਅਰ ਵਾਸਤੇ ਜ਼ਿਆਦਾ ਕੰਮ ਕਰਦੇ ਨੇ। ਫ੍ਰੀ ਟ੍ਰੇਡ ਨੂੰ ਵਧਾ ਦਿੰਦੇ ਨੇ ਰਿਪਬਲਿਕਨਸ ਟਿਪਿਕਲੀ, ਜੋ ਦੇਖਿਆ ਗਿਆ। ਉਹਨਾਂ ਦੀਆਂ ਇਕਨੋਮਿਕ ਪੋਲਿਸੀਜ਼ ਮੋਰ ਇਨਵਰਡਸ ਹੁੰਦੀਆਂ ਨੇ ਦੈਨ ਆਊਟਵਰਡਸ। ਉਹ ਕਹਿੰਦੇ ਆ ਵੀ ਪਹਿਲਾਂ ਅਸੀਂ ਆਪਦੇ ਘਰ ਨੂੰ ਠੀਕ ਕਰੀਏ, ਬਾਅਦ 'ਚੋਂ ਅਸੀਂ ਦੇਖਾਂਗੇ ਕਿ ਅਸੀਂ ਬਾਹਰ ਗਲੋਬਲ ਇਕੋਨਮੀ ਨੂੰ ਜਾਂ ਮਤਲਬ ਚੈਰਿਟੀਜ਼ 'ਚ ਕਿੱਥੇ ਅਸੀਂ ਡੋਨੇਟ ਕਰਨਾ ਜਾਂ ਨਹੀਂ ਕਰਨਾ, ਬਹੁਤ ਮੋਟੇ ਸ਼ਬਦਾਂ 'ਚ। ਸੋ ਆਈ ਥਿੰਕ ਮਾਰਕੀਟ ਲਾਈਕਸ ਦੈਟ। ਪਿਛਲੇ ਕੋਵਿਡ ਔਨਵਰਡਸ ਤੋਂ ਵਿਚਾਲੇ ਕੋਵਿਡ ਦੇ ਵਾਰ ਆ ਗਈ ਤਾਂ ਮਾਰਕੀਟਸ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਬੇਅਰ ਹੋ ਗਈਆਂ, ਯਾਨੀ ਕਿ ਬਹੁਤ ਕੰਜ਼ਰਵੇਟਿਵ ਹੋ ਗਏ ਲੈਂਡਰਸ, ਇਨਕਲੂਡਿੰਗ ਆਪਣੇ ਟ੍ਰੈਡੀਸ਼ਨਲ ਲੈਂਡਰਸ ਲਾਈਕ ਬੈਂਕਸ। ਐਂਡ ਆਪਾਂ ਉਹਦਾ ਅਸਰ ਹੁਣ ਦੇਖਿਆ ਵੀ ਇੰਟਰਸਟ ਰੇਟਸ ਵਧਣੇ ਸ਼ੁਰੂ ਹੋਏ, ਪਹਿਲਾਂ USA 'ਚ, ਉਸ ਤੋਂ ਬਾਅਦ ਕੈਨੇਡਾ ਨੇ ਵੀ ਇੰਟਰਸਟ ਰੇਟ ਵਧਾਏ। ਜਿਹੜੇ ਟ੍ਰੈਡੀਸ਼ਨਲ ਲੈਂਡਿੰਗ ਖਿੱਤੇ ਨੇ, ਜਿੱਦਾਂ ਕਿ ਬੈਂਕਸ ਨੇ, ਆਪਣੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ, ਉਹ ਹਜੇ ਕੰਜ਼ਰਵੇਟਿਜ਼ਮ ਦਿਖਾਉਣਗੀਆਂ। ਜੋ ਅਸੀਂ ਸੁਣ ਰਹੇ ਹਾਂ ਵੀ ਥਰਡ ਕੁਆਰਟਰ 'ਚ ਜਾ ਕੇ ਹੋ ਸਕਦਾ ਥੋੜ੍ਹਾ ਜਿਹਾ ਰਿਲੀਫ ਮਿਲੇ, ਕਿਉਂਕਿ ਇਹਨਾਂ ਕੋਲ ਇੱਕ ਹੋਰ ਬਹੁਤ ਇੰਪੋਰਟੈਂਟ ਟਾਸਕ ਹੈ। ਉਹ ਸਿਰਫ ਆਪਣੇ ਪ੍ਰੋਫਿਟਸ ਵਾਸਤੇ ਤਾਂ ਓਬਵੀਅਸਲੀ ਉਹ ਦੇਖਦੇ ਨੇ, ਬਟ ਉਹਨਾਂ ਦੀ ਇੱਕ ਰੈਗੂਲੇਟਰੀ ਅਥਾਰਟੀ ਹੈ, ਜਿਵੇਂ ਆਪਣਾ ਬੈਂਕ ਆਫ ਕੈਨੇਡਾ ਹੈ, ਬੋਰਡ ਆਫ ਜਿਹੜਾ ਆਪਣਾ ਬੋਰਡ ਗਵਰਨਰ ਆਫ ਬੈਂਕ ਆਫ ਕੈਨੇਡਾ ਹੈ, ਉਹਨਾਂ ਦੀ ਪੋਲਿਸੀ, ਉਹਨਾਂ ਦੀ ਮੈਂਡੇਟ ਇਹ ਆ ਕਿ ਉਹਨਾਂ ਨੇ ਇਕੋਨਮੀ ਨੂੰ ਇੰਨਾ ਜ਼ਿਆਦਾ ਇਨਫਲੇਸ਼ਨ 'ਚ ਨਹੀਂ ਪੁਸ਼ ਕਰਨਾ ਕਿ ਆਮ ਜਨਤਾ ਨੂੰ ਬੇਸਿਕ ਨੀਡਸ ਵਾਸਤੇ ਸਟਰਗਲ ਕਰਨੀ ਪਵੇ। ਸੋ ਆਪਾਂ ਸਾਰੇ ਜਾਣਦੇ ਹਾਂ ਵੀ ਪੋਸਟ ਕੋਵਿਡ ਸਪਲਾਈ ਚੇਨਸ ਦੀਆਂ ਡਿਸਰਪਸ਼ਨਸ ਕਹਿ ਲਓ, ਜਾਂ ਕਹਿ ਲਓ ਵੀ ਫॉर ਪ੍ਰੋਫਿਟ ਕੈਪੀਟਲਿਜ਼ਮ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਕਾਫੀ ਮਤਲਬ ਮਿਕਸਡ ਬੈਗ ਸੀਗਾ, ਸਾਰੀਆਂ ਚੀਜ਼ਾਂ ਮਿਕਸ ਸੀਗੀਆਂ, ਕੋਈ ਇੱਕ ਰੀਜ਼ਨ ਨਹੀਂ ਸੀਗਾ ਜਿਹਦੇ ਕਰਕੇ ਆਪਾਂ ਦੇਖਿਆ ਵੀ ਕਾਸਟਸ ਵਧਣੀਆਂ ਸ਼ੁਰੂ ਹੋ ਗਈਆਂ ਚੀਜ਼ਾਂ ਦੀਆਂ। ਉਹਦਾ ਇੱਕ ਰੀਜ਼ਨ ਇਹ ਵੀ ਸੀ ਵੀ ਲੋਕਾਂ ਕੋਲ ਥੋੜ੍ਹਾ ਜਿਹਾ ਫ੍ਰੀ ਮਨੀ ਸੀਗਾ ਐਂਡ ਆਪਾਂ ਜ਼ਿਆਦਾ ਸਪੈਂਡ ਕਰ ਰਹੇ ਸੀ, ਫਜ਼ੂਲ ਖਰਚੀ ਜ਼ਿਆਦਾ ਕਰ ਰਹੇ ਸੀ। ਜਦੋਂ ਜ਼ਿਆਦਾ ਪੈਸਾ ਮਾਰਕੀਟ 'ਚ ਹੁੰਦਾ ਲੋਕਾਂ ਕੋਲ ਸਪੈਂਡ ਕਰਨ ਨੂੰ, ਤਾਂ ਤੁਸੀਂ ਜ਼ਿਆਦਾ ਸਪੈਂਡਿੰਗ ਕਰਦੇ ਹੋ ਤਾਂ ਇਨਫਲੇਸ਼ਨ, ਕਾਸਟ ਆਫ ਗੁੱਡਸ ਵਧੂਗੀ। ਸੋ ਉਹਦੇ ਕਰਕੇ ਆਪਾਂ ਨੂੰ ਪਤਾ ਵੀ ਪਿਛਲੇ ਸਾਲ ਬੈਂਕ ਰੇਟ ਵਧੇ ਨੇ ਕੈਨੇਡਾ 'ਚ ਵੀ, US 'ਚ ਵੀ। ਉਹ ਅਸੀਂ ਸੁਣ ਰਹੇ ਹਾਂ ਵੀ ਹੁਣ ਥਰਡ ਕੁਆਰਟਰ ਤੱਕ ਜਾ ਕੇ ਅਗਰ ਇਨਫਲੇਸ਼ਨ 2% ਦੇ ਰੇਂਜ 'ਚ ਜਾਂਦੀ ਆ, ਜੋ ਕਿ ਆਪਾਂ ਦਸੰਬਰ 'ਚ ਦੇਖਿਆ 2.9% ਤੱਕ ਹੋ ਗਈ। ਆਈ ਥਿੰਕ ਜਨਵਰੀ 'ਚ ਵੀ ਆਲਮੋਸਟ ਇੰਨੀ ਕੀ ਆ, ਅਤੇ ਹੋਪਫੁਲੀ ਬਾਈ ਮਿਡ ਈਅਰ 2.5 ਐਂਡ ਮੇਬੀ ਬਾਈ ਦ ਐਂਡ ਆਫ ਥਰਡ ਕੁਆਰਟਰ 2.12% ਤੱਕ ਆ ਜਾਏਗੀ। ਤਾਂ ਆਪਾਂ ਦੇਖ ਸਕਦੇ ਹਾਂ ਵੀ ਬੈਂਕਸ ਆਪਣੇ ਜਿਹੜੇ ਲੈਂਡਿੰਗ ਰੇਟਸ ਨੇ ਉਹ ਥੋੜ੍ਹੇ ਜਿਹੇ ਐਡਜਸਟ ਕਰ ਸਕਦੇ ਆ। ਬਟ ਜੋ ਅਸੀਂ ਸੁਣ ਰਹੇ ਹਾਂ ਮਾਰਕੀਟਸ 'ਚ ਉਹ ਇਹ ਆ ਵੀ ਉਹ ਕਦੇ ਵੀ 2% ਨਹੀਂ ਹੋਣਗੇ, ਉਹ ਮੇਬੀ 0.5% ਜਾਂ 1% ਘੱਟ ਜਾਣਗੇ, ਪਰ 4% ਦੇ ਨੇੜੇ ਤੇੜੇ ਹੋ ਸਕਦੇ ਆ। ਜੋ ਪਹਿਲਾਂ ਸੀਗੇ ਮਾਰਕੀਟ ਰੇਟਸ, ਆਈ ਡੋਂਟ ਥਿੰਕ ਕਿ ਉਹ ਐਨੀ ਟਾਈਮ ਸੂਨ 2% 'ਤੇ ਜਾਣਗੇ। 2024 'ਚ ਸਰਟਨਲੀ ਨਹੀਂ ਜਾਣਗੇ, 2025 'ਚ ਵੀ ਜਾਣਗੇ ਤਾਂ ਬਹੁਤ ਵੱਡੀ ਸਰਪ੍ਰਾਈਜ਼ ਹੋਊਗੀ ਜੇ 2% 'ਤੇ ਬੈਂਕ ਰੇਟਸ ਆ ਜਿਹੜੇ ਲੈਂਡਿੰਗ ਰੇਟਸ ਵੈਸੇ ਲੈ ਜਾਣਗੇ ਵੀ ਕਿਉਂ, ਮਤਲਬ ਨਹੀਂ ਲੈ ਕੇ ਜਾਣਗੇ, ਕਿਉਂਕਿ ਪਹਿਲਾਂ ਕਦੇ ਸੀਗੇ ਵੀ ਨਹੀਂ। ਇਹਨਾਂ ਨੇ ਬਹੁਤ ਦੇਰ ਬਹੁਤ ਫ੍ਰੀ ਮਨੀ ਦਿੱਤੀ ਹੋਈ ਸੀਗੀ ਮਾਰਕੀਟ 'ਚ, ਜਿਹਦੇ ਕਰਕੇ ਸਾਰਾ ਗੜਬੜ ਹੋ ਗਈ। ਉੱਤੋਂ ਦੀ ਕੋਵਿਡ ਵਿਚ ਵਾਜ਼ ਅਨਐਕਸਪੈਕਟਡ ਹੋ ਗਿਆ ਐਂਡ ਆਪਣੀ ਕੰਟਰੀ 'ਚ ਸਪੈਸ਼ਲੀ ਗਵਰਨਮੈਂਟ ਨੇ ਬਹੁਤ ਫ੍ਰੀ ਮਨੀ ਵੰਡਿਆ ਐਂਡ ਉਹ ਫ੍ਰੀ ਮਨੀ ਜਦੋਂ ਲੋਕਾਂ ਦੇ ਹੱਥ 'ਚ ਆਇਆ, ਲੋਕਾਂ ਨੇ ਡਿਫਰੈਂਟ ਤਰੀਕੇ ਨਾਲ ਉਹਨੂੰ ਯੂਜ਼ ਕੀਤਾ। ਕਿਸੇ ਨੇ ਆਪਣੇ ਹੋਰ ਇਨਵੈਸਟਮੈਂਟ ਓਪਰਚੁਨਿਟੀਜ਼, ਲੈਂਡ ਨੂੰ ਇਨਵੈਸਟਮੈਂਟ ਓਪਰਚੁਨਿਟੀ, ਘਰਾਂ ਨੂੰ ਇਨਵੈਸਟਮੈਂਟ ਓਪਰਚੁਨਿਟੀ ਬਣਾ ਲਿਆ। ਪਹਿਲਾਂ ਆਪਾਂ ਘਰ ਸੋਚਦੇ ਹੁੰਦੇ ਸੀ ਰਹਿਣ ਵਾਸਤੇ ਲੈਣਾ, ਹੁਣ ਲੋਕਾਂ ਨੇ, ਐਂਡ ਰਾਈਟਫੁਲੀ ਸੋ, ਕਿਉਂਕਿ ਰਿਟਰਨ ਵਧੀਆ ਮਿਲ ਰਿਹਾ ਸੀ ਐਂਡ ਇਟ ਵਾਜ਼ ਅ ਗੁੱਡ ਐਸਟ।
ਤੇ ਮਲਟੀਪਲ ਐਕੁਇਟੀਜ਼ ਮਲਟੀਪਲ ਰੀਅਲ ਏਸਟੇਟ ਪ੍ਰੋਜੈਕਟਸ 'ਚ ਲੋਕਾਂ ਨੇ ਇਨਵੈਸਟ ਕਰਨਾ ਸ਼ੁਰੂ ਕਰਤਾ, ਬਟ ਉਹ ਹੁਣ ਕਲॉ ਬੈਕ ਹੋ ਗਿਆ। ਦੇਖੋ ਜਿਵੇਂ ਜਨਵਰੀ ਦੇ ਵਿੱਚ ਇਸ ਸਾਲ ਜਿਹੜਾ ਲੋਨ ਸੀਗਾ ਸਮਾਲ ਬਿਜ਼ਨਸ ਲੋਨ ਆ, ਉਹਦੀ ਡੈਡਲਾਈਨ ਸੀਗੀ ਜਨਵਰੀ 18th। ਐਸਟੀਮੇਟ ਹੈ ਕਿ ਅਬਾਊਟ 18% ਟੂ 24% ਜਿਹੜੇ ਸਮਾਲ ਬਿਜ਼ਨਸਿਸ ਨੇ ਉਹਨਾਂ ਨੇ ਉਹ ਲੋਨ ਰਿਟਰਨ ਕੀਤਾ ਹੋਣਾ। ਕੁਛ ਨੇ ਅੱਗੇ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਵੀ ਗੱਲ ਕੀਤੀ ਹੈ ਕਾਫੀ ਵਾਰ ਆਪਣੇ ਰੇਡੀਓ ਸ਼ੋਅ 'ਤੇ ਵੀ, ਉਹਨਾਂ ਨੇ ਕਿਸ਼ਤਾਂ ਬੰਨ ਲਈਆਂ ਹੋਣੀਆਂ ਅੱਗੇ ਪੇਮੈਂਟ ਵਾਸਤੇ, ਓਬਵੀਅਸਲੀ ਵਿਦ ਐਨ ਐਡਡ ਇੰਟਰਸਟ। ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਆਈ ਥਿੰਕ USA 'ਚ ਜੋ ਇਲੈਕਸ਼ਨ ਦਾ ਰਿਜ਼ਲਟ ਆਊਗਾ ਉਹ ਕਾਫੀ ਜ਼ਿਆਦਾ ਮਾਰਕੀਟ ਨੂੰ ਈਦਰ ਬੂਸਟ ਕਰੂਗਾ ਜਾਂ ਉਹਨੂੰ ਵਾਪਸ ਕੰਜ਼ਰਵੇਟਿਵ ਮਾਹੌਲ 'ਚ ਹੀ ਰੱਖੂਗਾ। ਅਗਰ ਰਿਪਬਲਿਕਨਸ ਪਾਵਰ 'ਚ ਆ ਜਾਂਦੇ ਆ, ਕਿਉਂਕਿ ਉਹਨਾਂ ਦੀ ਇਕਨੋਮਿਕ ਪੋਲਿਸੀਜ਼ ਯੂਜਲੀ ਮੋਰ ਕੰਟਰੀ ਸੈਂਟਰਿਕ ਹੁੰਦੀਆਂ ਨੇ, ਵੀ ਦੁਬਾਰਾ ਬਿਲਡ ਕਰੋ ਕੰਟਰੀ ਨੂੰ, ਦੁਬਾਰਾ ਮੈਨੂਫੈਕਚਰਿੰਗ ਸੈਕਟਰ ਨੂੰ ਪ੍ਰੋਪੈਲ ਕਰੋ, ਫ੍ਰੀ ਟ੍ਰੇਡ ਨੂੰ ਵਧਾਓ, ਕੈਪੀਟਲਿਜ਼ਮ ਨੂੰ ਹੋਰ ਪ੍ਰਮੋਟ ਕਰੋ। ਉਹ ਚੀਜ਼ਾਂ ਕਰਕੇ ਜਿਹੜੀਆਂ ਇਨਵੈਸਟਰਸ ਲਾਈਕ ਦੈਟ, ਕਿਉਂਕਿ ਉਹ ਚੀਜ਼ਾਂ ਤੁਹਾਨੂੰ ਇੱਕ ਸਟੇਬਿਲਿਟੀ ਬਿਜ਼ਨਸ ਕਮਿਊਨਿਟੀ ਨੂੰ ਆਪਣੇ ਫਾਇਦੇ 'ਚ ਲੱਗਦੀਆਂ, ਉਹਨਾਂ ਨੂੰ ਅੱਛਾ ਲੱਗਦਾ, ਕਿਉਂਕਿ ਇੱਕ ਤਰ੍ਹਾਂ ਨਾਲ ਇੱਕ ਪਲਾਨ ਹੈ ਜਿਹੜਾ ਕਿ ਡਾਈਜੈਸਟੇਬਲ ਹੈ, ਰਿਪੀਟਡ ਹੈ, ਪਹਿਲਾਂ ਵੀ ਹੁੰਦਾ ਸੀ, ਹੁਣ ਫੇਰ ਹੋ ਰਿਹਾ। ਵੀ ਕੋਈ ਨਵਾਂ ਆਪਾਂ ਕੋਈ ਐਕਸਪੈਰੀਮੈਂਟ ਨਹੀਂ ਕਰ ਰਹੇ। ਫੋਰ ਐਗਜ਼ਾਮਪਲ ਜਿਵੇਂ ਹੁਣ ਇਨ ਮਾਈ ਰਿਸਪੈਕਟਫੁਲ ਵਿਊ ਕੈਨੇਡਾ ਬਹੁਤ ਵੱਡੀ ਐਕਸਪੈਰੀਮੈਂਟ ਕਰ ਰਿਹਾ ਕਲੀਨ ਐਨਰਜੀ, ਗ੍ਰੀਨ ਐਨਰਜੀ 'ਚ ਇਨਵੈਸਟ ਕਰਕੇ। ਹੁਣ ਜੋ ਨੰਬਰਸ ਨੇ ਕੈਨੇਡਾ ਦੀ ਐਕਚੁਅਲ ਜੋ ਗਲੋਬਲ ਗੈਸ ਐਮਿਸ਼ਨਸ ਦੀ ਕੰਟਰੀਬਿਊਸ਼ਨ ਹੈ ਪੂਰੇ ਵਰਲਡ 'ਚ, ਉਹ ਹੈਗੀ ਆ 0.004%। ਮਤਲਬ ਇੰਨੀ ਅਸੀਂ ਐਮਿਸ਼ਨ ਇਮਿਟ ਕਰਦੇ ਹਾਂ, ਕੰਟਰੀਬਿਊਟ ਕਰਦੇ ਹਾਂ ਗਲੋਬਲ ਵਾਰਮਿੰਗ ਵਾਸਤੇ। ਪਰ ਅਸੀਂ ਸਾਰੇ ਦੁਨੀਆ ਦੀ ਪੰਡ ਆਪਣੇ ਸਿਰ 'ਤੇ ਚੱਕੀ ਹੋਈ ਆ। ਅਸੀਂ ਕਹਿ ਰਹੇ ਹਾਂ ਵੀ 2050 ਤੱਕ ਅਸੀਂ ਜ਼ੀਰੋ ਐਮਿਸ਼ਨ ਕਰਨੇ ਆ, ਐਂਡ ਅਸੀਂ ਬਹੁਤ ਜ਼ਿਆਦਾ ਇਨਵੈਸਟ ਕਰ ਰਹੇ ਹਾਂ ਗ੍ਰੀਨ ਐਨਰਜੀ 'ਚ, ਕਲੀਨ ਐਨਰਜੀ 'ਚ। ਪਰ ਉਹ ਗ੍ਰੀਨ ਐਂਡ ਕਲੀਨ ਐਨਰਜੀ ਸਿਰਫ ਸਾਨੂੰ 3% ਟੋਟਲ GDP 'ਚ ਕੰਟਰੀਬਿਊਟ ਕਰ ਰਹੀ ਆ ਬਾਈ 2030। ਅੱਜ ਨਹੀਂ, 2030 ਤੱਕ ਸਿਰਫ 3% ਉਹਦੀ ਕੰਟਰੀਬਿਊਸ਼ਨ ਹੋਗੀ ਟੋਟਲ ਆਪਣੇ ਗ੍ਰੋਸ ਡੋਮੈਸਟਿਕ ਪ੍ਰੋਡਕਟ 'ਚ। And which is and 1.6 million jobs, which is nothing. Traditionally Canada ਕੀ ਕਰਦਾ ਸੀਗਾ, ਆਪਣੀ natural resource based industries ਜਿਵੇਂ oil and gas, ਇਹ ਇਕੋਨਮੀ ਨੂੰ ਪ੍ਰੋਪੈਲ ਕਰਦੀਆਂ ਸੀ। ਆਪਾਂ ਉਸ ਚੀਜ਼ ਨੂੰ ਬੈਕ ਬਰਨਰ 'ਤੇ ਪਾਤਾ। ਤੁਹਾਨੂੰ ਯਾਦ ਹੋਊਗਾ ਬ੍ਰਿਟਿਸ਼ ਕੋਲੰਬੀਆ 'ਚ ਜਿਹੜੀ ਆਪਣੀ ਗੈਸ ਪਾਈਪਲਾਈਨ, ਜਦੋਂ ਓਬਾਮਾ ਸੀਗੇ ਪਾਵਰ 'ਚ, ਉਸ ਟਾਈਮ 'ਤੇ ਕਿੰਨਾ ਰੌਲਾ ਪਿਆ ਸੀ। ਉਹਨਾਂ ਨੇ ਉਹ ਵਿਡਰਾ ਕਰ ਲਈ ਸੀ, ਐਂਡ ਦੈਨ ਆਈ ਥਿੰਕ ਇਟ ਵਾਜ਼ ਅਰਾਊਂਡ ਐਗਜ਼ਿਟ ਆਫ ਹਾਰਪਰ ਐਂਡ ਬਿਗਨਿੰਗ ਆਫ ਟਰੂਡੋਜ਼ ਲੀਡਰਸ਼ਿਪ। ਉਸ ਦੌਰਾਨ ਇਹ ਡਿਸੀਜ਼ਨਸ ਹੋਏ ਸੀਗੇ। ਪਰ ਉਹ ਜਿਹੜਾ ਬੈਲੈਂਸ ਹੈ ਵੀ ਜਿਹੜੇ ਨੈਚੁਰਲ ਰਿਸੋਰਸਿਸ 'ਤੇ ਕੈਨੇਡਾ ਨੂੰ ਰਿਲਾਈ ਕਰਨਾ ਚਾਹੀਦਾ ਵਾ, ਜਿਹੜੇ ਐਕਸਪੋਰਟ ਕਰਕੇ ਉਹ ਟ੍ਰੈਡੀਸ਼ਨਲੀ ਇੰਨੇ ਸਾਲਾਂ ਤੋਂ, ਇੰਨੇ ਡੈਕੇਡਸ ਤੋਂ ਆਪਣੀ ਇਕੋਨਮੀ ਨੂੰ ਰਨ ਕਰ ਰਿਹਾ ਸੀ, ਸਡਨਲੀ ਆਪਾਂ ਇੱਕ ਯੂ ਟਰਨ ਮਾਰ ਲਿਆ, ਇੱਕ ਤਰ੍ਹਾਂ ਦਾ ਐਕਸਪੈਰੀਮੈਂਟ ਹੋ ਗਿਆ, ਐਂਡ ਆਪਾਂ ਵਰਲਡ ਲੀਡਰ ਆ ਇਨ ਗ੍ਰੀਨ ਐਨਰਜੀ, ਕਲੀਨ ਐਨਰਜੀ ਵਾਸਤੇ। ਆਈ ਐਮ ਨੋਟ ਸੇਇੰਗ ਕਿ ਗਲੋਬਲ ਵਾਰਮਿੰਗ ਨਹੀਂ ਹੈ। ਯੈਸ, ਆਪਾਂ ਦੇਖ ਰਹੇ ਹਾਂ ਹੁਣ ਟੋਰਾਂਟੋ 'ਚ ਕਿਸ ਤਰ੍ਹਾਂ ਇਸ ਸਾਲ ਵਿੰਟਰ ਗਈ ਹੈ। ਦਿਸ ਇਜ਼ ਟਰੂ, ਗਲੋਬਲ ਵਾਰਮਿੰਗ ਇਜ਼ ਰੀਅਲ। ਬਟ ਇੱਕ ਹੁੰਦਾ ਵਾ ਕਿ ਰੀਜ਼ਨੇਬਲੀ ਪ੍ਰੂਡੈਂਟ ਡਿਸੀਜ਼ਨ ਲੈਣਾ, ਪ੍ਰੈਕਟੀਕਲੀ ਡਿਸੀਜ਼ਨ ਲੈਣਾ। ਇੱਕ ਹੁੰਦਾ ਵਾ ਕਿ ਥੋੜ੍ਹੀ ਜਿਹੀ ਬੇਵਕੂਫੀ ਵਾਲਾ ਡਿਸੀਜ਼ਨ ਲੈਣਾ, ਵੀ ਸਾਰਾ ਕੁਝ ਛੱਡ ਕੇ ਤੁਸੀਂ ਕਲੀਨ ਐਨਰਜੀ 'ਚ ਇਨਵੈਸਟ ਕਰਨ ਲੱਗ ਜਾਓ, ਜਿਸ 'ਚ ਤੁਹਾਨੂੰ ਰਿਟਰਨ ਔਨ ਇਨਵੈਸਟਮੈਂਟ ਵੀ ਨਹੀਂ ਹੈ। ਤੁਸੀਂ ਪੈਸੇ ਉੱਥੇ ਲਾਓਗੇ ਜਿੱਥੇ ਤੁਹਾਨੂੰ ਪੈਸੇ ਬਣ ਰਹੇ ਆ, ਤੁਸੀਂ ਪੈਸੇ ਉੱਥੇ ਥੋੜ੍ਹੀ ਲਾਓਗੇ ਜਿੱਥੇ ਤੁਹਾਨੂੰ ਪੈਸੇ ਨਹੀਂ ਆ ਰਹੇ। ਐਂਡ ਫਿਰ ਅਗਰ ਆਪਾਂ ਪਰ ਉਹਦੇ 'ਚ ਤਾਂ ਇਹ ਹੈ ਨਾ ਕਿ ਵੀ ਇੱਥੇ ਇੰਟਰਸਟ ਬਿਜ਼ਨਸ ਨਹੀਂ ਹੈ, ਇੱਥੇ ਇੰਟਰਸਟ ਹੈ ਜਿਹੜੇ ਹਿਊਮੈਨਿਟੀ ਦਾ ਇੰਟਰਸਟ ਹੈ। ਹਾਂਜੀ, ਇਟਸ ਲਾਈਕ ਅ ਸੋਸ਼ਲ ਕਾਜ਼ ਵਿਚ ਇਜ਼ ਫਾਈਨ, ਹੋਣੀ ਚਾਹੀਦੀ ਹੈ, ਬਟ ਉਹ ਬੈਲੈਂਸ ਤਰੀਕੇ ਨਾਲ ਹੋਣਾ ਚਾਹੀਦਾ। ਇਹ ਥੋੜ੍ਹੀ ਕਿ ਆਪਣੇ ਕੰਮ ਛੱਡ ਕੇ ਆਪਾਂ ਸੋਸ਼ਲ ਸਰਵਿਸ ਕਰਨ ਲੱਗ ਜਾਈਏ, ਆਪਣੇ ਸੋਸ਼ਲ ਵਰਕਰ ਬਣ ਜਾਈਏ। ਦੈਟਸ ਰੋਂਗ। ਥੋੜ੍ਹੀ ਜਿਹੀ ਜਿਹੜੀ ਬਿਜ਼ਨਸ ਪ੍ਰੂਡੈਂਸ ਆ ਉਹ ਗਵਰਨਮੈਂਟਸ ਨੂੰ ਦਿਖਾਉਣ ਦੀ ਲੋੜ ਹੈ, ਆਪਣੇ ਰੈਗੂਲੇਟਰਸ ਨੂੰ, ਅਤੇ ਆਪਣੇ ਜਿਹੜੇ ਬੈਠੇ ਨੇ ਪਾਰਲੀਮੈਂਟਸ ਵਿੱਚ, ਉਹਨਾਂ ਨੂੰ ਥੋੜ੍ਹੀ ਜਿਹੀ ਬਿਜ਼ਨਸ ਸੈਂਸ ਦਿਖਾਉਣ ਦੀ ਜ਼ਰੂਰਤ ਹੈ। ਹੁਣ ਦੇਖੋ, ਆਪਾਂ ਕਹਿ ਰਹੇ ਹਾਂ ਵੀ ਅਸੀਂ ਆਪਣੀ ਐਮਿਸ਼ਨ ਜ਼ੀਰੋ ਕਰ ਦੇਣੀਆਂ ਨੇ, ਵੇਅਰ ਐਜ਼ ਬਾਕੀ ਵਰਲਡ ਦੀਆਂ ਕੰਟਰੀਜ਼, ਇਕੋਨਮੀਜ਼ ਜਿਹੜੀਆਂ ਗਰੋ ਕਰ ਰਹੀਆਂ ਨੇ, ਸਪੈਸ਼ਲੀ ਜਿਵੇਂ ਇੰਡੀਆ ਹੋ ਗਿਆ, ਚਾਈਨਾ ਹੋ ਗਿਆ, ਇੰਡੋਨੇਸ਼ੀਆ ਦਾ ਕਦੇ ਨਾਂ ਨਹੀਂ ਸੀ ਸੁਣਿਆ। ਇੰਡੋਨੇਸ਼ੀਆ ਇਜ਼ ਐਕਚੁਅਲੀ ਨੰਬਰ 2। ਅਗਰ OECD ਦੀ ਰਿਪੋਰਟ ਤੁਸੀਂ ਪੜ੍ਹੋ ਤਾਂ ਉਹਦੇ ਵਿੱਚ ਇੰਡੀਆ ਦੀ ਜਿਹੜੀ GDP ਹੈ ਉਹ ਪ੍ਰੋਜੈਕਟਡ ਹੈਗੀ ਆ 6.2%, ਬਿਟਵੀਨ 6.2 to 6.7%। ਅਤੇ ਨੈਕਸਟ ਹੈਗੀ ਹੈ ਇੰਡੋਨੇਸ਼ੀਆ ਦੀ, ਛੋਟੀ ਜਿਹੀ ਆਈਲੈਂਡ ਕੰਟਰੀ ਹੈ। ਉਹ ਆਪਣੀ ਗਰੋਥ ਇੰਨੀ ਜ਼ਿਆਦਾ ਕਿਵੇਂ ਕਰ ਰਹੀ? ਕਿਉਂਕਿ ਉਹਨਾਂ ਨੇ ਆਪਣੀ ਐਨਰਜੀ ਸਪੈਂਡਿੰਗ ਵਧਾਤੀ। ਐਨਰਜੀ ਦੀ ਖਪਤ ਕਿੱਥੇ ਹੁੰਦੀ ਹੈ? ਇੰਡਸਟਰੀ 'ਚ ਹੁੰਦੀ ਆ।
ਅਗਰ ਆਪਾਂ એનર્ਜੀ ਦੀ ਖਪਤ ਨਹੀਂ ਕਰਦੇ, ਦੈਟ ਮੀਨਸ ਕਿ ਆਪਾਂ ਆਪਣੇ ਬਿਜ਼ਨੈਸਿਸ ਨੂੰ ਮੂਹਰੇ ਨਹੀਂ ਤੋਰਦੇ। ਆਪਣੀ ਜੋ ਇੰਡਸਟਰੀ ਅੱਜ ਹੈ, ਵੀ ਹੈਵ ਬਿਕਮ 70% ਸਰਵਿਸ ਬੇਸਡ ਇੰਡਸਟਰੀ, ਯਾਨੀ ਕਿ ਬੈਂਕਿੰਗ ਸੈਕਟਰ ਹੋ ਗਿਆ, ਹੋਰ ਜੌਬਸ ਹੋ ਗਈਆਂ, ਪਰ ਮੈਨੂਫੈਕਚਰਿੰਗ ਸੈਕਟਰ ਆਪਣਾ ਸ਼ਰਿੰਕ ਹੁੰਦਾ ਜਾ ਰਿਹਾ, ਵਿਚ ਮੀਨਸ ਕਿ ਆਪਾਂ ਇਨਫਰਾਸਟਰਕਚਰ 'ਚ ਚੀਜ਼ਾਂ ਡਿਵੈਲਪ ਕਰਨ 'ਚ, ਹੁਣ ਜੇ ਸਪੋਜ਼ ਕਰੋ ਆਪਾਂ ਕੋਈ ਪਲਾਂਟ ਲਾਉਂਦੇ ਹਾਂ, ਆਇਲ ਰਿਫਾਈਨਰੀ ਲਾਉਂਦੇ ਹਾਂ, ਕਿਉਂ ਨਹੀਂ ਲਾਉਂਦੇ ਹੈਗੇ? ਆਪਾਂ ਕਰੂਡ ਆਇਲ ਇੱਥੋਂ ਬੈਰਲ ਭਰ ਕੇ USA ਭੇਜਦੇ ਹਾਂ ਅਤੇ ਫਿਰ ਵਾਪਸ ਉਹਨਾਂ ਤੋਂ ਖਰੀਦਦੇ ਹਾਂ। ਵਾਈ ਕਾਂਟ ਦ ਗਵਰਨਮੈਂਟ ਇਨਵੈਸਟ ਇਨ ਪੁਟਿੰਗ ਅਪ ਐਨ ਆਇਲ ਰਿਫਾਈਨਰੀ ਇਨ ਕੈਨੇਡਾ? ਮੈਸਿਵ ਪ੍ਰੋਜੈਕਟ ਹੈ, ਬਟ ਜੌਬਸ ਕਿੰਨੀਆਂ ਹੋਣਗੀਆਂ? ਪਰ ਇਹ ਕਿਹਾ ਜਾਂਦਾ ਨਾ ਕਿ ਜਿਹੜਾ ਹੁਣ ਆਉਣ ਵਾਲਾ ਟਾਈਮ ਹੈ ਉਹਦੇ 'ਚ ਵੈਸੇ ਵੀ ਜਿਹੜੀ ਆਇਲ ਗੈਸ ਹੈ ਇਹਦਾ ਫਿਊਚਰ ਨਹੀਂ ਹੈ, ਆਪਣੇ ਆਪ ਜਿਹੜਾ ਐਨਰਜੀ ਦਾ ਸੋਰਸ ਸ਼ਿਫਟ ਹੋ ਜਾਣਾ। ਇਹ ਆਪਾਂ ਸੁਣ ਰਹੇ ਹਾਂ ਬਹੁਤ ਸਾਲਾਂ ਤੋਂ, ਅਤੇ ਇਹ ਆਉਣ ਵਾਲੇ 100 ਸਾਲਾਂ 'ਚ ਨਹੀਂ ਹੋਣਾ, ਬਿਕੋਜ਼ ਐਨਰਜੀ ਦੀ ਖਪਤ 59% ਵੱਧ ਗਈ ਆ ਪੋਸਟ ਕੋਵਿਡ, ਬੇਸਡ ਔਨ ਆਇਲ ਐਂਡ ਗੈਸ ਅਲੋਨ। ਇਹ ਜਿਹੜੀਆਂ ਇਕੋਨਮੀਜ਼ ਬਹੁਤ ਜ਼ਿਆਦਾ ਗਰੋ ਕਰ ਰਹੀਆਂ ਨੇ, ਇਹਨਾਂ ਨੇ ਆਪਣੀ ਐਨਰਜੀ ਕੰਜ਼ੰਪਸ਼ਨ ਵਧਾਈ ਆ ਆਇਲ ਐਂਡ ਗੈਸ 'ਚ। ਇੰਡੀਆ ਨੇ ਯੂਕਰੇਨ ਐਂਡ ਰਸ਼ੀਆ ਦੀ ਜਦੋਂ ਵਾਰ ਹੋਈ ਆ, ਇਨ ਸਪਾਈਟ ਆਫ ਜਿੰਨੇ ਵੀ ਐਮਬਾਗੋਜ਼ USA ਨੇ ਜਾਂ ਯੂਨਾਈਟਿਡ ਨੇਸ਼ਨਸ ਨੇ ਇੰਪੋਜ਼ ਕੀਤੇ ਕੰਟਰੀਜ਼ ਦੇ, ਵੀ ਤੁਸੀਂ ਟ੍ਰੇਡ ਨਹੀਂ ਕਰਨਾ ਰਸ਼ੀਆ ਨਾਲ, ਵੀ ਨੋ ਵੈਰੀ ਕਲੀਅਰਲੀ ਮੋਦੀ ਗਵਰਨਮੈਂਟ ਵਾਜ਼ ਵੈਰੀ ਓਪਨ, ਉਹ ਆਇਲ ਖਰੀਦ ਰਹੇ ਸੀ ਐਟ ਅ ਵੈਰੀ ਲੋ ਰੇਟ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਸੀ ਵੀ ਸਾਨੂੰ ਫਾਇਦਾ ਵਾ, ਉਹਨਾਂ ਨੇ ਵੇਚਣਾ ਵਾ, ਅਸੀਂ ਖਰੀਦਣਾ ਵਾ, ਸਾਡੀ ਖਪਤ ਹੋਣੀ ਆ, ਸਾਡੀ ਇੰਡਸਟਰੀ ਨੇ ਚੱਲਣਾ ਉਹਦੇ ਨਾਲ। ਸੋ ਵਟ ਆਈ ਐਮ ਟਰਾਈਂਗ ਟੂ ਸੇ ਇਜ਼ ਕਿ ਦੇਰ ਹੈਜ਼ ਟੂ ਬੀ ਅ ਬੈਲੈਂਸ। ਅਗਰ ਆਪਾਂ ਨੂੰ ਇਹ ਕਿਹਾ ਜਾ ਰਿਹਾ ਵਾ ਕਿ ਓਕੇ ਕਲੀਨ ਐਨਰਜੀ ਇਜ਼ ਦ ਫਿਊਚਰ, ਆਪਣੀਆਂ ਕਾਰਾਂ ਨੂੰ ਚਾਰਜ ਕਰਨ ਵਾਸਤੇ ਆਪਣੇ ਕੋਲ ਐਨਰਜੀ ਹੈ, ਆਪਣੇ ਕੋਲ ਤਾਂ ਵਿੰਡ ਮਿਲਸ ਵੀ ਨਹੀਂ ਹੈਗੇ, ਆਪਣੇ ਕੋਲ ਤਾਂ ਸੋਲਰ ਪਾਵਰ 'ਤੇ ਐਨਰਜੀ ਵੀ ਨਹੀਂ ਹੈਗੀ, ਅਤੇ ਆਪਾਂ ਆਪਣੇ ਜਿਹੜੇ ਐਗਜ਼ਿਸਟਿੰਗ ਇਲੈਕਟ੍ਰੀਕਲ ਗ੍ਰਿਡਸ ਨੇ ਉਹਨਾਂ 'ਚ ਇੰਨੀ ਪਾਵਰ ਹੀ ਨਹੀਂ ਹੈ, ਇਹਨਾਂ 'ਚ ਇੰਨੀ ਕਪੈਸਿਟੀ ਨਹੀਂ ਹੈ। ਉਹਨੂੰ ਬਿਲਡ ਕੀਤਾ ਜਾ ਸਕਦਾ ਆਉਣ ਵਾਲੇ ਸਾਲਾਂ 'ਚ, ਆਪਾਂ ਕਰ ਸਕਦੇ ਹਾਂ, ਬਟ ਕੀ ਉੱਧਰਲੇ ਪਾਸੇ ਆਪਾਂ ਇਨਵੈਸਟ ਕਰ ਰਹੇ ਹਾਂ? ਨਹੀਂ ਕਰ ਰਹੇ। ਆਪਾਂ ਬੈਟਰੀਜ਼ ਲਾਉਣ ਦੀਆਂ ਫੈਕਟਰੀਆਂ ਲਾ ਰਹੇ ਹਾਂ, ਆਪਾਂ ਜਿਹੜੀ ਕਾਰਪੋਰੇਸ਼ਨਸ ਨੇ ਉਹ ਕੈਨੇਡਾ ਤੋਂ ਪਿਛਲੇ 10 ਸਾਲਾਂ 'ਚ $283 ਬਿਲੀਅਨ ਵਰਥ ਆਫ ਇਨਵੈਸਟਮੈਂਟਸ ਲੈ ਕੇ ਬਾਕੀ ਕੰਟਰੀਜ਼ 'ਚ ਚਲੀ ਗਈ ਆ। ਪਹਿਲਾਂ ਇਹ ਕੰਟਰੀ ਬਹੁਤ ਫੇਵਰੇਬਲ ਹੁੰਦੀ ਸੀਗੀ, ਹੁਣ ਦੇਖੋ ਇਸ ਸਾਲ ਇਨਕਮ ਟੈਕਸ ਦੇ ਰਿਫਾਰਮਸ ਹੋਏ ਨੇ ਜਿਹੜੇ ਪਿਛਲੇ ਸਾਲ ਅਨਾਊਂਸ ਕੀਤੇ ਸੀ ਉਹਨਾਂ ਨੇ। corporations will be taxed at 55%, ਰਾਈਟ? ਅਤੇ ਕਾਰਪੋਰੇਸ਼ਨਸ ਕੀ ਕਰ ਰਹੀਆਂ ਨੇ? ਦੇ ਆਰ ਆਲਰੇਡੀ ਪਲਾਨਿੰਗ ਕਿ ਅਸੀਂ ਰੀਸਟਰਕਚਰ ਕਰਕੇ ਜਿਹੜੀ ਆਪਣੀ ਟੈਕਸ ਅਰਨਿੰਗਸ ਨੇ, ਟੈਕਸੇਬਲ ਇਨਕਮ ਆ, ਇੱਥੇ ਨਹੀਂ ਪਾਰਕ ਕਰਨੀ, ਕੈਨੇਡਾ 'ਚ ਨਹੀਂ ਪਾਰਕ ਕਰਨੀ, ਅਸੀਂ ਬਾਹਰ ਕੰਟਰੀਜ਼ ਜਿੱਥੇ ਬੈਟਰ ਫੇਵਰਿੰਗ ਟੈਕਸਿਸ ਨੇ ਉੱਥੇ ਪਾਰਕ ਕਰਨੀ ਆ। ਸੋ ਆਪਾਂ ਇੰਡਸਟਰੀ ਫਰੈਂਡਲੀ ਪੋਲਿਸੀਜ਼ ਨਹੀਂ ਕਰ ਰਹੇ, ਆਪਾਂ ਸਿਰਫ ਇੱਕ ਚੀਜ਼ ਨੂੰ ਲੈ ਕੇ ਕਲੀਨ ਐਨਰਜੀ, ਗ੍ਰੀਨ ਐਨਰਜੀ, ਗ੍ਰੇਟ, ਬਹੁਤ ਵਧੀਆ, ਬਟ ਦੈਟ ਕੈਨ ਨਾਟ ਬਿਕਮ ਦ ਹੋਲ ਈਕੋਸਿਸਟਮ ਆਫ ਕੈਨੇਡਾ, ਰਾਈਟ? ਟ੍ਰੈਡੀਸ਼ਨਲੀ ਆਪਣੀ ਜੋ ਇਕੋਨਮੀ ਨੈਚੁਰਲ ਰਿਸੋਰਸਿਸ 'ਤੇ ਸੀਗੀ, ਅਤੇ ਹਜੇ ਵੀ ਅਸੀਂ ਬਹੁਤ ਰਿਚ ਆ ਨੈਚੁਰਲ ਰਿਸੋਰਸਿਸ 'ਚ। ਆਪਣੀ ਸਡਬਰੀ ਵਾਲਾ ਏਰੀਆ ਸਾਰਾ ਮਾਈਨਿੰਗ ਵਾਲਾ ਏਰੀਆ ਸੀ, ਰਾਈਟ? ਕਿਉਂ ਨਹੀਂ ਉੱਥੇ ਕੰਪਨੀ ਹੁਣ ਆ ਰਹੀ? ਦਿਸ ਇਜ਼ ਅ ਰੀਜ਼ਨ ਬਿਕੋਜ਼ ਕੋਈ ਟੈਕਸ ਸਬਸਿਡੀਜ਼ ਨਹੀਂ ਹੈਗੀਆਂ ਕੰਪਨੀਜ਼ ਨੂੰ। ਉਹ ਜਿਹੜਾ ਸਕਿੱਲ ਸੀਗਾ, ਪੂਰੀ ਜਨਰੇਸ਼ਨ ਸੀਗੀ ਜਿਹੜੀ ਮਾਈਨਰਸ ਦੀ, ਉਹ ਰਿਟਾਇਰ ਹੋ ਗਏ ਨੇ, ਅਤੇ ਨੈਕਸਟ ਜਨਰੇਸ਼ਨ ਕੋਈ ਹੈ ਹੀ ਨਹੀਂ। ਸੋ ਆਪਾਂ ਨੂੰ ਜੇ ਇਸ ਚੀਜ਼ 'ਚ ਇਨਵੈਸਟ ਵੀ ਕਰਦੇ ਹਾਂ, ਆਪਾਂ ਨੈਚੁਰਲ ਰਿਸੋਰਸਿਸ ਨੂੰ ਮਾਈਨ ਵੀ ਕਰਦੇ ਹਾਂ, ਤਾਂ ਸਾਡੇ ਕੋਲ ਵਰਕਡ ਸਕਿੱਲ ਲੇਬਰ ਹੀ ਨਹੀਂ ਹੈਗੀ, ਉਹ ਤਾਂ ਖਤਮ ਹੋ ਗਈ। ਇਹਨਾਂ ਨੇ ਖਤਮ ਕਰਤੀ ਪਾਲਿਸੀਜ਼ ਚੇਂਜ ਕਰਕੇ। ਮੈਂ ਨਹੀਂ ਕਹਿ ਰਹੀ ਵੀ ਐਗਜ਼ਿਸਟਿੰਗ ਗਵਰਨਮੈਂਟ, ਬਟ ਇਟ ਇਜ਼ ਅ ਰਿਪੀਟਡ ਬਿਹੇਵੀਅਰ ਓਵਰ ਮੈਨੀ ਡੈਕੇਡਸ, ਐਸਪੈਸ਼ਲੀ ਪਿਛਲੇ 10 ਔਰ 20 ਸਾਲਾਂ 'ਚ ਬਹੁਤ ਜਿਹੜੇ ਡਿਸੀਜ਼ਨਸ ਲਏ ਗਏ ਨੇ, ਮੈਨੂੰ ਲੱਗਦਾ ਵਾ ਕਿ ਉਹ ਕੀਪਿੰਗ ਦ ਬਿਜ਼ਨਸ ਇੰਟਰਸਟ ਆਫ ਦ ਕੰਟਰੀ ਲੈ ਕੇ ਨਹੀਂ ਦੇਖੇ ਗਏ ਨੇ। ਉਹ ਸਿਰਫ ਇੱਕ ਵਨ ਸਾਈਡਡ ਕਿ ਵੀ ਹੈਵ ਟੂ ਹੈਵ ਅ ਗੁੱਡ ਗਲੋਬਲ ਇਮੇਜ, ਕਿ ਅਸੀਂ ਬਹੁਤ ਫਰੈਂਡਲੀ ਕੰਟਰੀ ਹਾਂ। ਠੀਕ ਆ, ਹੋਣਾ ਚਾਹੀਦਾ ਵਾ, ਬਟ ਤੁਸੀਂ ਆਪਣਾ ਬਿਜ਼ਨਸ ਇੰਟਰਸਟ ਵੀ ਦੇਖੋ ਨਾ, ਐਜ਼ ਅ ਕੰਟਰੀ ਵੀ ਤੁਸੀਂ ਆਪਣੀ ਕੰਟਰੀ ਨੂੰ ਸਪੋਰਟ ਕਰ ਸਕਦੇ ਕਿ ਨਹੀਂ। ਬਿਜ਼ਨਸ ਵਰਲਡ ਇੱਦਾਂ ਸੋਚ ਰਿਹਾ। ਬਿਲਕੁਲ। ਐਕਚੁਅਲੀ ਤੁਸੀਂ ਗੱਲ ਕੀਤੀ ਹੈ, ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਬਿਜ਼ਨਸ ਵਰਲਡ ਕਿਵੇਂ ਸੋਚਦਾ। ਹਾਂਜੀ। ਪਰ ਦੇਖੋ ਜਿਹੜਾ ਬਿਜ਼ਨਸ ਵਰਲਡ ਹੈ ਉਹ ਤਾਂ ਪਿਓਰਲੀ ਆਪਣੇ ਬਿਜ਼ਨਸ ਇੰਟਰਸਟ ਦੇਖਦਾ। ਬਿਲਕੁਲ। ਉਹਦੇ 'ਚ ਤਾਂ ਗਰੀਡ ਵੀ ਹੈ। ਹਾਂਜੀ। ਅਤੇ ਉਹਦੀ ਗਰੀਡ ਕਰਕੇ ਹੀ ਧਰਤੀ ਦਾ ਇੰਨਾ ਬੁਰਾ ਹਾਲ ਹੋਇਆ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਅਤੇ ਉਹਨਾਂ ਨੇ ਸਾਰਾ ਕਲਾਈਮੇਟ ਬਰਬਾਦ ਕੀਤਾ, ਉਹਨਾਂ ਕਰਕੇ ਹੀ ਜੋ ਅਸੀਂ ਦੇਖ ਰਹੇ ਹਾਂ। ਸੋ ਜਿਹੜੇ ਲਾਰਜਰ ਹਿਊਮੈਨਿਟੀ ਦੇ ਇੰਟਰਸਟ ਨੇ, ਹਾਂਜੀ, ਉਹ ਤਾਂ ਉਹਨਾਂ ਦਾ ਤਾਂ ਉਹ ਕੰਸਰਨ ਨਹੀਂ ਹੈ। ਉਹਨਾਂ ਦਾ ਕੰਸਰਨ ਤਾਂ ਪਿਓਰ ਪ੍ਰੋਫਿਟ ਹੈ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸ਼ਮੀਲ ਜੀ। ਐਂਡ ਮੇਬੀ ਆਈ ਵਾਂਟ ਟੂ ਟੇਕ ਅ ਸਟੈਪ ਬੈਕ ਐਂਡ ਰੀਇਵੈਲੂਏਟ ਦ ਸਿਚੁਏਸ਼ਨ। ਜੋ ਮੈਂ ਕਹਿ ਰਹੀ ਹਾਂ ਉਹ ਇਹ ਕਹਿ ਰਹੀ ਹਾਂ ਵੀ ਜੋ ਬਿਜ਼ਨਸ ਦੇਖ ਰਹੇ ਨੇ ਵੀ ਸਾਡੇ ਲਈ ਕੀ ਪ੍ਰੋਫਿਟੇਬਲ ਹੈ। ਫੋਰ ਐਗਜ਼ਾਮਪਲ, ਅਗਰ
ਰਿਪਬਲਿਕਨਸ ਪਾਵਰ 'ਚ ਆਉਂਦੇ ਨੇ ਤਾਂ ਉਹ ਕਹਿੰਦੇ ਵੀ ਸਾਡੇ ਲਈ ਬਿਜ਼ਨਸ ਫਰੈਂਡਲੀ ਉਹਨਾਂ ਨੇ ਪਾਲਿਸੀਜ਼ ਅੱਗੇ ਵੀ ਰੱਖੀਆਂ ਨੇ, ਦੁਬਾਰਾ ਵੀ ਰੱਖਣਗੇ। ਸੋ ਬਿਜ਼ਨਸ ਇਜ਼ ਹੈਪੀ। ਕੋਈ ਵੀ ਕੰਟਰੀ ਦੇ ਵਿੱਚ ਜਦੋਂ ਆਪਾਂ ਲਿਬਰਲ ਸਰਕਾਰ ਨੂੰ ਚੁਣਦੇ ਹਾਂ, ਵੀ ਨੋ ਦੈਟ ਕਿ ਉਹਨਾਂ ਦੀ ਹਾਈਐਸਟ ਪ੍ਰਾਇੋਰਟੀ ਹੁੰਦੀ ਹੈ ਸਪੈਂਡਿੰਗ, ਵਿਚ ਇਜ਼ ਇਹ ਕੋਈ ਰੋਕਟ ਸਾਇੰਸ ਨਹੀਂ ਹੈਗੀ। ਆਪਾਂ ਪਿੱਛੇ ਜਾ ਕੇ 10, 20, 30, 50 ਸਾਲ ਦੀ ਹਿਸਟਰੀ ਦੇਖ ਲਓ ਕਿਸੇ ਵੀ ਡੈਮੋਕ੍ਰੇਸੀ ਦੀ, ਦਿਸ ਇਜ਼ ਅ ਨੋਨ ਫੈਕਟ। ਬਿਜ਼ਨਸ ਜਾਂ ਮੈਂ ਪਰਸਨਲੀ ਆਈ ਐਮ ਨਾਟ ਪ੍ਰਮੋਟਿੰਗ ਔਰ ਆਈ ਐਮ ਨਾਟ ਸਪੋਰਟਿੰਗ ਵਨ ਕੈਂਪ ਔਰ ਦੀ ਅਦਰ। ਮੇਰਾ ਉਹਦੇ ਨਾਲ ਕੋਈ ਉਹ ਨਹੀਂ ਹੈ। ਆਈ ਐਮ ਜਸਟ ਸ਼ੇਅਰਿੰਗ ਦ ਸੈਂਟੀਮੈਂਟ ਵਟ ਵੀ ਹੀਅਰ ਇਨ ਦ ਕੋਰਪੋਰੇਟ ਵਰਲਡ। ਕਿ ਉਹ ਕਹਿ ਰਹੇ ਨੇ ਕਿ ਹੁਣ ਫੋਰ ਐਗਜ਼ਾਮਪਲ 2024 ਦੇ ਵਿੱਚ ਆਪਣਾ ਜਿਹੜਾ ਨੈਸਡੈਕ ਹੈ, ਉਹਨਾਂ ਨੇ ਆਪਣੀ ਪੂਰੀ ਲਿਸਟ ਹਰ ਸਾਲ ਉਹ ਕਰਦੇ ਨੇ ਐਂਡ ਹਰ ਕੁਆਰਟਰ ਕਰਦੇ ਨੇ। ਉਹਨਾਂ ਨੇ ਲਿਸਟ ਆਫ ਕੰਪਨੀਜ਼ ਵਿਚ ਵਿਲ ਗੋ IPO। 4-5 ਇਹੋ ਜਿਹੀਆਂ ਕੰਪਨੀਜ਼ ਨੇ ਜਿਨ੍ਹਾਂ ਨੇ IPO ਕਰਨਾ ਸੀਗਾ 2019 ਦੇ ਵਿੱਚ, ਬਟ ਕਿਉਂਕਿ ਵਾਰ ਲੱਗ ਗਈ ਰਸ਼ੀਆ ਐਂਡ ਯੂਕਰੇਨ ਦੀ, ਉਹਦੇ ਕਰਕੇ ਮਾਰਕੀਟ ਜਿਹੜਾ ਸੈਂਟੀਮੈਂਟ ਉਹ ਡਿਸਟਰਬ ਹੋ ਗਿਆ ਐਂਡ ਉੱਧਰੋਂ ਦੀ ਜਿਹੜੀ ਆਪਣੀ ਰਜੀਮ ਹੈ ਉਹ ਚੇਂਜ ਹੋ ਗਈ। ਐਂਡ ਦੇਖੋ Biden administration, Canadian administration, even the European Union, they're all pro, we all know this, they're all pro-Ukraine, and which is a good thing. ਕਿਸੇ ਵੀ ਕੰਟਰੀ ਦੀ ਸੋਵਰਨਿਟੀ ਲਈ ਖੜੇ ਹੋਣਾ ਬਹੁਤ ਜ਼ਰੂਰੀ ਚੀਜ਼ ਆ। ਕਿਸੇ ਵੀ ਕੰਟਰੀ ਦੀ ਲੋਕਾਂ ਲਈ ਖੜੇ ਹੋਣਾ ਬਹੁਤ ਜ਼ਰੂਰੀ ਚੀਜ਼ ਆ। ਉਹ ਆਪਣਾ ਇੱਕ ਹਿਊਮੈਨਿਟੇਰੀਅਨ ਇੱਕ what should I say ਆਪਣੀ ਨੀਡ ਵਾ, ਆਪਾਂ ਨੂੰ ਖੜੇ ਹੋਣਾ ਚਾਹੀਦਾ ਵਾ। ਆਈ ਐਮ ਨਾਟ ਡਿਨਾਇੰਗ ਐਂਡ ਦ ਬਿਜ਼ਨਸ ਵਰਲਡ ਡਜ਼ ਨਾਟ ਡਿਨਾਈ ਦੈਟ, ਬਟ ਉਹ ਕਹਿੰਦੇ ਵੀ ਓਬਜੈਕਟਿਵਿਟੀ ਨਾ ਲੂਜ਼ ਕਰੋ। ਵੀ ਆਪਣੇ ਕੰਮ ਤੁਸੀਂ ਛੱਡ ਕੇ ਤੁਸੀਂ ਆਪਦੇ ਬਿਜ਼ਨਸ ਇੰਟਰਸਟ, ਆਪਦੀ ਕੰਟਰੀ ਦੇ ਬਿਜ਼ਨਸ ਇੰਟਰਸਟ ਛੱਡ ਕੇ ਤੁਸੀਂ ਬਾਕੀ ਸੋਸ਼ਲ ਸਰਵਿਸ ਦੇ ਵਿੱਚ ਲੱਗ ਜਾਓ। ਦੈਟਸ ਜਨਰਲੀ ਵਟ ਦ ਬਿਜ਼ਨਸ ਵਰਲਡ ਸੇਜ਼। ਐਂਡ ਬਿਜ਼ਨਸ ਵਰਲਡ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਰਾਹੁਲ ਗਾਂਧੀ ਪਾਵਰ 'ਚ ਵਾ, ਕੇਜਰੀਵਾਲ ਪਾਵਰ 'ਚ ਵਾ ਕਿ ਮੋਦੀ ਪਾਵਰ 'ਚ ਆ। ਨੋਬਡੀ ਗਿਵਜ਼ ਅ ਡੈਮ। ਉਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਬਿਜ਼ਨਸ ਇੰਟਰਸਟ ਤੱਕ ਮਤਲਬ ਆ ਵੀ ਅਸੀਂ ਇਨਵੈਸਟ ਕੀਤਾ, ਸਾਨੂੰ ਰਿਟਰਨ ਔਨ ਇਨਵੈਸਟਮੈਂਟ ਮਿਲ ਰਿਹਾ ਕਿ ਨਹੀਂ, ਸਾਡੀਆਂ ਜਿਹੜੀਆਂ ਪਾਲਿਸੀਜ਼ ਗਵਰਨਮੈਂਟ ਆ ਰਹੀ ਆ ਉਹ ਕਾਰਪੋਰੇਟ ਵਰਲਡ ਫੇਵਰਿੰਗ, ਕੈਪੀਟਲਿਸਟ ਵਰਲਡ ਫੇਵਰਿੰਗ ਪਾਲਿਸੀਜ਼ ਹੈ ਕਿ ਨਹੀਂ, ਉਹਨਾਂ ਦੀ ਸਪੈਂਡਿੰਗ ਕਿਹੋ ਜਿਹੀ ਆ, ਉਹਨਾਂ ਦੇ ਟੈਕਸ ਬ੍ਰੈਕਟਸ ਕਿਹੋ ਜਿਹੇ ਨੇ, ਕੋਈ ਸਾਨੂੰ ਕੰਸੈਸ਼ਨਸ ਮਿਲ ਰਿਹਾ ਕਿ ਨਹੀਂ। ਹੁਣ ਫੋਰ ਐਗਜ਼ਾਮਪਲ ਆਪਣੇ ਓਨਟਾਰੀਓ 'ਚ ਫੋਰਡ ਗਵਰਨਮੈਂਟ ਹੈ। ਹੁਣ ਜਿਹੜਾ ਆਪਣਾ ਬੈਟਰੀਜ਼ ਦਾ ਪਲਾਂਟ ਅਨਾਊਂਸ ਹੋਇਆ ਵਾ, ਤੁਹਾਨੂੰ ਪਤਾ ਉਹਨਾਂ ਨੂੰ ਕਿੰਨੀਆਂ ਟੈਕਸ ਕੱਟਸ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਉਸ ਕੰਪਨੀ ਨੂੰ ਇੱਥੇ ਅਟਰੈਕਟ ਕੀਤਾ ਜਾਵੇ, ਉਹ ਇਨਸੈਂਟੀਵਾਈਜ਼ ਕੀਤਾ ਜਾਵੇ ਤਾਂ ਕਿ ਉਹ ਇੱਥੇ ਆ ਕੇ ਆਪਣੀ ਫੈਕਟਰੀ ਲਾਉਣ। ਐਂਡ ਉਹ ਇਟਸ ਲਾਈਕ ਅ ਨੈਗੋਸੀਏਸ਼ਨ, ਇਟਸ ਲਾਈਕ ਅ ਬਿਜ਼ਨਸ ਡੀਲ। ਗਵਰਨਮੈਂਟ ਕਹਿੰਦੀ ਹੈ ਤੁਸੀਂ ਆ ਕੇ ਇੱਥੇ ਆਪਣੇ ਇਨਫਰਾਸਟਰਕਚਰ ਬਿਲਡ ਕਰੋ। ਇਨਫਰਾਸਟਰਕਚਰ ਤੁਸੀਂ ਬਿਲਡ ਕਰੋਗੇ ਤਾਂ ਇੱਥੇ ਲੋਕਲ ਜੋਬਸ ਕ੍ਰੀਏਟ ਹੋਣਗੀਆਂ, ਇੱਥੇ ਐਨਰਜੀ ਦੀਆਂ ਨੀਡਸ ਵਧਣਗੀਆਂ, ਇੱਥੇ ਤੁਹਾਨੂੰ ਖਾਣ ਪੀਣ, ਬਿਜਲੀ, ਐਵਰੀਥਿੰਗ। ਕਿਉਂਕਿ ਇੱਕ ਚੀਜ਼ ਤੁਸੀਂ ਕੋਈ ਵਿਜਿਟ ਮੈਨੂਫੈਕਚਰ ਕਰਦੇ ਹੋ, ਫੋਰ ਐਗਜ਼ਾਮਪਲ ਕਾਰ ਦੀ ਬੈਟਰੀ ਮੈਨੂਫੈਕਚਰ ਕਰਦੇ ਹੋ, ਉਹ ਇੱਕ ਕਾਰ ਦੀ ਬੈਟਰੀ ਨੂੰ ਮੈਨੂਫੈਕਚਰ ਕਰਨ ਨੂੰ 50 ਚੀਜ਼ਾਂ ਚਾਹੀਦੀਆਂ ਤੁਹਾਨੂੰ, ਪਲੱਸ ਤੁਹਾਨੂੰ ਹਿਊਮਨ ਲੇਬਰ ਚਾਹੀਦੀ ਆ। ਯਾਨੀ ਕਿ ਲੇਬਰ ਦੀ ਨੀਡ ਵਧਣ ਦੇ ਨਾਲ ਲੇਬਰ ਫਰੈਂਡਲੀ, ਲੇਬਰ ਫੇਵਰਿੰਗ ਕਲਚਰ ਬਣੂਗਾ, ਵਿਚ ਮੀਨਸ ਕਿ ਇਹ ਤੇ ਮਤਲਬ ਦੇਖੋ ਪੂਰੇ ਨਾਰਥ ਅਮਰੀਕਾ 'ਚ ਖਾਸ ਕਰਕੇ US ਦੇ ਵਿੱਚ ਹਾਂਜੀ ਇਹ ਤਾਂ ਹੈ ਨਹੀਂ। ਉਹ ਤਾਂ ਇੱਕ ਕਿਸਮ ਦਾ ਸੈਂਟਰ ਮੰਨਿਆ ਜਾਂਦਾ ਬਿਜ਼ਨਸ ਦਾ, ਹਾਂਜੀ, ਹੈ ਨਾ। ਉਹਦੇ 'ਚ ਜਿਹੜੀਆਂ ਪਾਰਟੀਜ਼ ਦਾ ਮੇਰੇ ਖਿਆਲ ਹੈ ਰੋਲ ਤਾਂ ਇਹੀ ਹੈ ਕਿ ਬਿਜ਼ਨਸ ਨੂੰ ਥੋੜ੍ਹਾ ਤੁਸੀਂ ਦੁਨੀਆ ਨੂੰ ਰੂਲ ਕਰਨ ਦੇਣਾ, ਬਿਜ਼ਨਸ ਦੇ ਉੱਤੇ ਕੁੰਡਾ ਤੇ ਚਾਹੀਦਾ ਨਾ। ਉਹ ਤਾਂ ਜਿਹੜੀਆਂ ਪਾਰਟੀਆਂ ਨੇ ਇਹ ਇਨਸ਼ੋਰ ਕਰਨਾ ਗਵਰਨਮੈਂਟਸ ਨੇ ਕਿ ਜਿਹੜਾ ਬਿਜ਼ਨਸ ਨਾ ਕੰਟਰੋਲ ਕਰੇ, ਜਿਹੜੇ ਲਾਰਜਰ ਇੰਟਰਸਟ ਨੇ ਸੁਸਾਇਟੀ ਦੇ ਉਹਨੂੰ ਰਿਫਲੈਕਟ ਕਰਨ ਗਵਰਨਮੈਂਟਸ। ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਫੋਰ ਐਗਜ਼ਾਮਪਲ ਹੁਣ ਕਲਾਈਮੇਟ ਚੇਂਜ ਕਰਕੇ ਆਪਣੇ ਹਰ ਸਾਲ ਆਪਣੇ ਹੀ ਜੰਗਲਾਂ 'ਚ, ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ 'ਚ ਅੱਗ ਲੱਗਦੀ ਆ। ਉਹਦਾ ਬਰਡਨ ਕਿਤੇ ਪੈਂਦਾ? ਮੇਰੇ 'ਤੇ ਅਤੇ ਤੁਹਾਡੇ 'ਤੇ। ਵਾਈ? ਬਿਕਾਜ਼ ਜਿਹੜੀ ਇੰਸ਼ੋਰੈਂਸ ਕੰਪਨੀਜ਼ ਨੇ ਦੇ ਆਰ ਫॉर ਪ੍ਰੋਫਿਟ ਕੰਪਨੀਜ਼, ਰਾਈਟ। ਜਦੋਂ ਐਨੇ ਨੈਚੁਰਲ ਕਲੈਮਿਟੀ ਹੈ, ਆਪਣੇ ਕਿਸੇ ਦੇ ਕੰਟਰੋਲ 'ਚ ਨਹੀਂ ਹੈ, ਗਵਰਨਮੈਂਟ ਦੇ ਕੰਟਰੋਲ 'ਚ ਨਹੀਂ ਹੈ। ਹੋਈ ਕਿਉਂ ਆ? ਕਿਉਂਕਿ ਗਲੋਬਲ ਵਾਰਮਿੰਗ ਆ, ਉਹਦੇ ਕਰਕੇ ਇਹ ਅੱਗਾਂ ਲੱਗ ਰਹੀਆਂ ਨੇ, ਹਰ ਸਾਲ ਲੱਗ ਰਹੀਆਂ ਨੇ। ਬਟ ਉਹਦੇ ਕਰਕੇ ਜਿਹੜੀ ਕਾਸਟ ਆਫ ਇੰਸ਼ੋਰੈਂਸ ਆ, ਐਵਰੀ ਕਨੇਡੀਅਨ ਇਜ਼ ਫੀਲਿੰਗ ਦੈਟ ਪਿੰਚ ਇਨ ਦੇਅਰ ਵਾਲਟ, ਹੈ ਨਾ। ਆਪਾਂ ਸਾਰਿਆਂ ਦੀ ਇੰਸ਼ੋਰੈਂਸ ਕਾਸਟ ਓਵਰਆਲ ਵੱਧਦੀਆਂ ਨੇ। ਬਟ ਕੀ ਗਵਰਨਮੈਂਟ ਨੂੰ ਇੰਟਰਵੀਨ ਕਰਨਾ ਚਾਹੀਦਾ? ਯੈਸ। ਕੀ ਇੰਟਰਵੈਂਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਜਿਹੜੀ ਓਵਰਆਲ ਗਲੋਬਲ ਐਮਿਸ਼ਨ 2050 ਤੱਕ ਜ਼ੀਰੋ ਕਰ ਦਈਏ? ਉਹਦੇ ਨਾਲ ਹੀ ਇਹ ਇਮੀਡੀਏਟ ਜਿਹੜੀ ਜੋ ਮੈਨੂੰ ਅਤੇ ਤੁਹਾਨੂੰ ਜਿਹੜੀ ਪਿੰਚ ਐਵਰੀ ਈਅਰ ਫੀਲ ਹੁੰਦੀ ਆ ਵੈਨ ਵੀ ਆਰ ਪੇਇੰਗ ਆਰ ਇੰਸ਼ੋਰੈਂਸਿਸ ਫॉर ਆਟੋਮੋਬਾਈਲ ਔਰ ਐਨੀਥਿੰਗ, ਕੀ ਉਹ 2050 ਦੇ ਐਮਿਸ਼ਨਸ ਦੇ ਕਰਕੇ ਸੋਲਵ ਹੋਣੀ ਆ? ਆਈ ਡੋਂਟ ਥਿੰਕ ਸੋ। ਗਵਰਨਮੈਂਟ ਕੈਨ ਡੂ ਮਚ ਮੋਰ। ਉਹ ਇਕੋਨਮੀ ਨੂੰ ਖੋਲ੍ਹ ਸਕਦੇ ਨੇ, ਰਾਈਟ।
ਇਕੋਨਮੀ ਨੂੰ ਖੋਲ੍ਹ ਕੇ ਹੋਰ ਕੰਪੀਟੀਸ਼ਨ ਲਿਆ ਸਕਦੇ ਨੇ। ਜਦੋਂ ਕੰਪੀਟੀਸ਼ਨ ਆ ਗਿਆ, ਹੋਰ ਇੰਸ਼ੋਰੈਂਸ ਪ੍ਰੋਵਾਈਡਰਸ ਆ ਗਏ ਮਾਰਕੀਟ ਦੇ ਵਿੱਚ, ਮੋਨੋਪੋਲੀ ਖਤਮ ਹੋ ਗਈ, 1 ਜਾਂ 2 ਜਿਹੜੇ ਵੱਡੇ ਇੰਸ਼ੋਰਰਸ ਨੇ ਉਹਨਾਂ ਦੀ, ਤਾਂ ਆਪਣੇ ਆਪ ਰੇਟਸ ਨੇ ਜਿਹੜੇ ਕੰਪੈਟੀਟਿਵ ਹੋਣਗੇ, ਕਿਉਂਕਿ ਹੁਣ ਇੱਕ ਬਾਇਰ ਨੂੰ, ਇੱਕ ਕੰਜ਼ਿਊਮਰ ਨੂੰ ਵਾਈਡਰ array of service provider available ਹੈ। same as with telecommunication, ਅਸੀਂ ਕਿਉਂ ਹਜੇ ਵੀ ਸਭ ਤੋਂ ਜ਼ਿਆਦਾ telecommunications 'ਚ ਬਿਲਸ ਪੇ ਕਰਦੇ ਹਾਂ ਹੋਰ ਕੰਟਰੀਜ਼ ਨਾਲੋਂ? the reason is because monopolize ਕੀਤਾ ਹੋਇਆ। ਕੌਣ monopolize ਅਲਾਓ ਕਰਦਾ ਵਾ? ਕਰਨੀਆਂ ਆਪਣੀਆਂ ਗਵਰਨਮੈਂਟਸ। all I'm trying to say is ਕਿ ਜਦੋਂ ਮਾਰਕੀਟ ਓਪਨ ਹੁੰਦੀ ਆ, ਜਦੋਂ ਤੁਸੀਂ ਫ੍ਰੀ ਟਰੇਡ ਨੂੰ ਅਲਾਓ ਕਰਦੇ ਹੋ, ਤਾਂ ਕੰਪੀਟੀਸ਼ਨ ਵੱਧਦਾ ਵਾ, ਕੰਪੈਟੀਟਿਵਨੈਸ ਬਿਟਵੀਨ ਡਿਫਰੈਂਟ ਪਲੇਅਰਸ ਇਨ ਦਾ ਮਾਰਕੀਟ ਵੱਧਦੀ ਆ। ਜਿਹੜਾ ਇੱਕ ਕੰਜ਼ਿਊਮਰ ਆ, ਮੈਂ ਇੱਕ ਆਮ ਕੰਜ਼ਿਊਮਰ ਆ, ਤੁਸੀਂ ਇੱਕ ਆਮ ਕੰਜ਼ਿਊਮਰ ਹੋ, ਅਗਰ ਮੇਰੇ ਕੋਲ 10 ਜਾਂ 20 ਕਾਰਾਂ ਦੀ ਚੋਇਸ ਹੋਊਗੀ ਜਿਹਦੇ ਪ੍ਰਾਈਸਿਸ ਬਹੁਤ ਕੰਪੈਟੀਟਿਵ ਹੋਣਗੇ, ਮੇਰੇ ਕੋਲ ਨੈਗੋਸੀਏਸ਼ਨ ਪਾਵਰ ਵਧੂਗੀ ਕਿ ਘਟੂਗੀ? ਵਧੂਗੀ, ਰਾਈਟ। ਜੇ ਮੇਰੇ ਕੋਲ 2 ਹੀ ਚੋਇਸਿਸ ਨੇ ਕਾਰ ਪ੍ਰੋਵਾਈਡਰ ਦੀਆਂ, ਜਾਂ A ਜਾਂ B, ਸੈਲੂਲਰ ਪ੍ਰੋਵਾਈਡਰ ਦੀਆਂ ਜਾਂ A ਜਾਂ B, ਤਾਂ ਮੇਰੀ ਜਿਹੜੀ ਐਬਿਲਿਟੀ ਟੂ ਨੈਗੋਸ਼ੀਏਟ ਦ ਪ੍ਰਾਈਸ ਫॉर दैट ਸਰਵਿਸ ਵਧੂਗੀ ਕਿ ਘਟੂਗੀ? ਓਬਵੀਅਸਲੀ ਘਟੂਗੀ, ਕਿਉਂਕਿ ਉਹਨਾਂ ਨੇ ਕਹਿਣਾ ਕਿ ਸਾਡੇ ਕੋਲ ਆਹ 2 ਹੀ ਪ੍ਰੋਵਾਈਡਰਸ ਨੇ, ਜਾਂ ਰੋਜਰਸ ਆ ਜਾਂ ਬੈਲਾ, ਆਰਗੂਮੈਂਟ ਸੇਕ, ਅਤੇ ਤੁਹਾਡੇ ਕੋਲ ਹੋਰ ਕੋਈ ਤੀਜੀ, ਚੌਥੀ, 5ਵੀਂ, 10ਵੀਂ ਆਪਸ਼ਨ ਹੀ ਨਹੀਂ ਹੈਗੀ, ਤਾਂ ਕੰਪੈਟੀਟਿਵਨੈਸ ਆ ਜਿਹੜੀ ਉਹ ਘਟੂਗੀ। ਸੋ ਮੇਰਾ ਕਹਿਣ ਦਾ ਮਤਲਬ ਭਾਵ ਸਿਰਫ ਇਹ ਆ ਵੀ ਜਿਹੜੀਆਂ ਕੁਛ ਪਾਲਿਸੀਜ਼ ਹੁੰਦੀਆਂ ਨੇ, ਇੱਕ ਮਾਈਂਡਸੈਟ ਹੁੰਦਾ ਵਾ, ਇੱਕ ਕਲਚਰ ਹੁੰਦਾ ਵਾ ਕਿਸੇ ਪੋਲੀਟੀਕਲ ਪਾਰਟੀ ਦਾ। ਆਈ ਐਮ ਨਾਟ ਕੰਡੋਨਿੰਗ ਕਿ ਇੱਕ ਪੋਲੀਟੀਕਲ ਪਾਰਟੀ ਦੂਸਰੇ ਨਾਲੋਂ ਬੈਟਰ ਆ। ਕੋਈ ਵੀ ਪੋਲੀਟੀਕਲ ਪਾਰਟੀ ਆਪਣੀ ਆਈਡੀਓਲੋਜੀ ਨੂੰ ਚੇਂਜ ਅਤੇ ਸ਼ਿਫਟ ਕਰ ਸਕਦੀ ਹੈ ਜੇ ਉਹ ਕਰਨਾ ਚਾਹੇ, ਮੋਰ ਮਿਡਲ ਗਰਾਊਂਡ ਰੱਖ ਸਕਦੀ ਆ। ਗੱਲ ਇਹ ਆ ਵੀ ਆਪਾਂ ਬੈਲੈਂਸ ਲੂਜ਼ ਕਰਤਾ। ਨਹੀਂ, ਪਰ ਇੱਥੇ ਤਾਂ ਅਸੀਂ ਜੇ ਤੁਹਾਡੇ ਵਾਲੀ ਇਸ ਆਰਗੂਮੈਂਟ ਦੇ ਹਿਸਾਬ ਨਾਲ ਦੇਖੀਏ, ਭਾਵੇਂ ਕੋਈ ਕਰੰਟ ਗਵਰਨਮੈਂਟ ਹੈ, ਭਾਵੇਂ ਕੋਈ ਪ੍ਰੀਵੀਅਸ ਗਵਰਨਮੈਂਟ, ਐਗਜ਼ੈਕਟਲੀ ਉਹਨਾਂ ਦਾ ਸਾਰਿਆਂ ਨੇ ਜਿਹੜੀ ਮੋਨੋਪੋਲੀ ਹੈ, ਚਾਹੇ ਟੈਲੀਕਾਮ ਹੈ, ਚਾਹੇ ਬੈਂਕਿੰਗ ਹੈ, ਚਾਹੇ ਆਹ ਦੂਸਰੇ ਇੰਸ਼ੋਰੈਂਸ ਹੈ, ਸਾਰੀਆਂ ਹੀ ਪਾਰਟੀਆਂ ਨੇ ਹਾਂਜੀ ਜਿਹੜੇ ਇਸ ਮੋਨੋਪੋਲੀ ਨੂੰ ਪ੍ਰੋਟੈਕਟ ਕੀਤਾ। ਐਗਜ਼ੈਕਟਲੀ, ਚਾਹੇ ਉਹ ਲਿਬਰਲ ਨੇ, ਚਾਹੇ ਉਹ ਕੰਜ਼ਰਵੇਟਿਵਸ ਨੇ। ਮੈਂ ਤਾਂ ਕਹਿ ਰਹੀ ਹਾਂ ਵੀ ਇਨਕਲੂਡਿੰਗ ਹਾਪਰ ਗਵਰਨਮੈਂਟ, ਇਨਕਲੂਡਿੰਗ ਦ ਕਰੰਟ ਰਜੀਮ, ਦੇਰ ਆਲ, ਉਹ ਆਪਣਾ ਇੰਟਰਸਟ ਦੇਖ ਰਹੇ ਨੇ ਵੀ ਅਸੀਂ ਆਪਦੀ ਬੇਸ ਨੂੰ ਕਿੱਦਾਂ ਖੁਸ਼ ਰੱਖਣਾ ਵਾ। ਉਹ ਗ੍ਰੇਟਰ ਗੁੱਡ ਨਹੀਂ, ਗ੍ਰੇਟਰ ਜੋ ਵੈਲਬੀਂਗ ਹੈ ਆਪਣੀ ਸੁਸਾਇਟੀ ਦੀ, ਉਹਦੇ ਵਾਸਤੇ ਨਹੀਂ ਸੋਚ ਰਹੇ। ਦੇ ਆਰ ਨਾਟ ਟਰਾਈਂਗ ਟੂ ਰਿਸਟੋਰ ਦ ਬੈਲੈਂਸ। ਉਹ ਥੋੜ੍ਹਾ ਜਿਹਾ ਬੈਲੈਂਸ ਦੀ ਜ਼ਰੂਰਤ ਹੈ। ਐਂਡ ਮੈਂ ਤਾਂ ਪਹਿਲਾਂ ਕਿਹਾ ਵਾ ਕਿ ਇਹ ਪਿਛਲੇ 5 ਸਾਲਾਂ ਦੀ ਜਾਂ 10 ਸਾਲਾਂ ਦੀ ਪੋਲਿਸੀ ਚੇਂਜ ਦੇ ਨਾਲ ਇਹ ਚੀਜ਼ਾਂ ਸ਼ਿਫਟ ਨਹੀਂ ਹੋਈਆਂ। ਇਹ ਆਪਣੀ ਆਲਮੋਸਟ 20-30 ਸਾਲਾਂ ਤੋਂ ਪੋਲਿਸੀਜ਼ 'ਚ ਸ਼ਿਫਟਸ ਹੋਣੀਆਂ ਸ਼ੁਰੂ ਹੋਈਆਂ। ਐਂਡ 20-30 ਸਾਲਾਂ ਤੋਂ ਤਾਂ ਟਰੂਡੋ ਗਵਰਨਮੈਂਟ ਵਾਜ਼ ਨਾਟ ਇਨ ਪਾਵਰ, ਰਾਈਟ। ਉਸ ਤੋਂ ਪਹਿਲਾਂ ਹਾਪਰ ਗਵਰਨਮੈਂਟ ਸੀ, ਅਤੇ ਉਸ ਤੋਂ ਪਹਿਲਾਂ ਹੋਰ ਰਜੀਮਸ ਵੀ ਸੀਗੀਆਂ, ਰਾਈਟ। ਐਂਡ ਇਹਨਾਂ ਸਾਰਿਆਂ ਦੀ ਪੋਲਿਸੀਜ਼ ਨੇ ਜੋ ਉਹਦਾ ਕਿਊਮੂਲੇਟਿਵ ਇਫੈਕਟ ਆ, ਜੋ ਆਪਾਂ ਹੁਣ ਅੱਜ ਦੇਖ ਰਹੇ ਹਾਂ। ਆਲ ਆਈ ਐਮ ਟਰਾਈਂਗ ਟੂ ਸੇ ਇਜ਼ ਕਿ ਜਿਹੜੀ ਕੰਟਰੀ ਦੀ ਜੋ ਸਟਰੈਂਥ ਹੈ, ਜਿਵੇਂ ਹੁਣ ਆਪਣੀ ਨੈਚੁਰਲ ਰਿਸੋਰਸਿਸ ਦੀ ਸਟਰੈਂਥ ਹੈ, ਆਪਾਂ ਉਹਨੂੰ ਕਿਉਂ ਲੂਜ਼ ਕਰ ਰਹੇ ਹਾਂ? ਆਪਾਂ ਉਹਨੂੰ ਕਿਉਂ ਨਹੀਂ ਰੀਫੋਕਸ ਕਰ ਰਹੇ ਦੁਬਾਰਾ? ਉਹਨੂੰ ਕਿਉਂ ਅਸੀਂ ਅਜਾਈ ਜਾਣ ਦੇ ਰਹੇ ਹਾਂ ਜਦ ਬਾਕੀ ਕੰਟਰੀਜ਼ ਕਰ ਰਹੀਆਂ ਨੇ? ਵੀ ਹੈਵ ਅ ਰੋਲ ਟੂ ਪਲੇ ਇਨ ਦ ਗਲੋਬਲ ਸਪੇਸ। ਅਸੀਂ ਆਪਣਾ ਰੋਲ ਪਲੇ ਕਰੀਏ, ਬਟ ਨਾਟ ਐਟ ਦ ਕਾਸਟ ਆਫ ਆਰ ਓਨ interests. There has to be a balance. That's what the business world says and asks. ਉਹ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਕੰਪਲੀਟਲੀ ਕੈਪੀਟਲਿਜ਼ਮ ਨੂੰ ਡਰਾਈਵ ਕਰੋ, ਬਟ ਉਹ ਇਹ ਕਹਿ ਰਹੇ ਵੀ ਥੋੜ੍ਹੀ ਸੈਂਸੀਬਲ ਪੋਲਿਸੀਜ਼ ਤਾਂ ਰੱਖੋ। ਅਗਰ ਤੁਸੀਂ ਇੰਡਸਟਰੀ ਲੈ ਕੇ ਆਉਣੀ ਆ, ਅਗਰ ਤੁਸੀਂ ਜੌਬਸ ਲੈ ਕੇ ਆਉਣੀ ਆ। ਪਰ ਡੈਮੋਕ੍ਰੈਟਿਕ ਵਰਲਡ ਹੈ ਤਾਂ ਦੇਖੋ ਪ੍ਰੈਸ਼ਰ ਐਂਡ ਪੁਲਸ ਦਾ ਵਰਲਡ ਹੈ। ਹਾਂਜੀ, ਜਿਹੜਾ ਬਿਜ਼ਨਸ ਕਮਿਊਨਿਟੀ ਹੈ ਉਹਨੇ ਤਾਂ ਸਿਰਫ ਆਪਣਾ ਇੰਟਰਸਟ ਦੇਖਣਾ। ਹਾਂਜੀ, ਪਰ ਜਿਹੜੀਆਂ ਪਾਰਟੀਜ਼ ਨੇ ਉਹਨਾਂ ਨੇ ਜਿਹੜੇ ਲਾਰਜਰ ਇੰਟਰਸਟ ਨੇ। ਹਾਂਜੀ, ਕਿਉਂਕਿ ਪਾਰਟੀਆਂ ਤਾਂ ਨੂੰ ਅਸਲ ਵਿੱਚ ਉਹਨਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੀਆਂ ਜੋ ਐਵਰੀਬਡੀ ਹੈ। ਹਾਂਜੀ, ਸੋ ਨਿਰਾਪੁਰਾ ਬਿਜ਼ਨਸ ਨੂੰ ਤਾਂ ਰਨ ਨਹੀਂ ਕਰਨ ਦਿੱਤਾ ਜਾਊਗਾ। ਜਿਹੜੇ ਬਿਜ਼ਨਸ ਨੂੰ ਇਸ ਪੱਖੋਂ ਖਿੱਚ ਕੇ ਰੱਖਣਾ ਤਾਂ ਕਿ ਜਿਹੜੇ ਲਾਰਜਰ ਇੰਟਰਸਟ ਨੇ, ਹਾਂਜੀ, ਉਹ ਪ੍ਰੋਟੈਕਟ ਹੋਣ, ਸੇਫ ਰਹਿਣ। ਸ਼ਮੀਲ ਜੀ, ਹੁਣ ਆਪਾਂ ਜੇ ਦੇਖੀਏ ਆਪਣੀ ਇਕੋਨਮੀ ਦੇ ਵਿੱਚ ਜੌਬਸ ਕਿੱਥੇ ਕ੍ਰੀਏਟ ਹੋ ਰਹੀਆਂ ਨੇ? ਆਪਣੀ ਇਕੋਨਮੀ 'ਚ ਜੌਬਸ ਕ੍ਰੀਏਟ ਹੋ ਰਹੀਆਂ ਨੇ ਮੋਸਟਲੀ ਸਰਵਿਸ ਸੈਕਟਰ 'ਚ, ਕਿਉਂਕਿ ਸਰਵਿਸ ਸੈਕਟਰ ਹੀ ਰਹਿ ਗਿਆ। 70% ਆਫ ਦ GDP ਇਜ਼ ਨਾਓ ਸਰਵਿਸ ਸੈਕਟਰ। ਬਹੁਤ ਥੋੜ੍ਹਾ ਰਹਿ ਗਿਆ ਜਿਹੜਾ ਆਪਣਾ ਬਾਕੀ ਕਿੱਤਿਆਂ 'ਚੋਂ ਆਪਾਂ ਨੂੰ GDP ਨੂੰ ਕੰਟਰੀਬਿਊਟ ਕਰਦੇ ਹਾਂ, ਰਾਈਟ। ਸੋ ਜਿਹੜੇ ਆਪਾਂ ਵਰਕਰਸ ਬੁਲਾ ਰਹੇ ਹਾਂ, ਫੋਰਨ ਵਰਕਰਸ ਬੁਲਾ ਰਹੇ ਹਾਂ, ਜਿਹੜੀਆਂ 2 ਇੰਡਸਟਰੀਜ਼ ਰੀਅਲੀ ਗਰੋ ਕਰਨਗੀਆਂ ਉਹ ਹੋਣਗੀਆਂ, ਇੱਕ ਤਾਂ ਸਰਵਿਸ ਸੈਕਟਰ, ਉੱਤੋਂ ਦੀ ਕੰਸਟਰਕਸ਼ਨ, ਕਿਉਂਕਿ ਆਪਾਂ ਨੂੰ ਪਤਾ ਆਪਾਂ ਨੂੰ ਹਾਊਸਿੰਗ ਦਾ ਕ੍ਰਾਈਸਿਸ ਹੈ ਇੱਥੇ ਵੀ, ਨੀਡ ਟੂ ਬਿਲਡ ਹੋਮਸ। ਸੋ ਇਹਨਾਂ ਦੋਨਾਂ ਨੂੰ ਪ੍ਰੋਵਾਈਡ ਕਰਨ ਲਈ ਆਪਾਂ ਨੂੰ ਵਰਕਫੋਰਸ ਲੇਬਰ ਚਾਹੀਦੀ ਆ। ਉਹ ਲੇਬਰ ਆਪਣੇ ਕੋਲ ਕਿਆ ਸਕਿਲਡ ਲੇਬਰ ਹੈ? ਆਪਾਂ ਬਾਹਰੋਂ ਲੈ ਕੇ ਆਉਂਦੇ ਹਾਂ ਉਹ ਲੇਬਰ, ਆਪਣੇ ਕੋਲ ਹੋਮ ਕੰਟਰੀ 'ਚ ਉਹ ਲੇਬਰ ਹੈ ਨਹੀਂ ਗੀ। ਅਗਰ ਆਪਾਂ ਇੱਥੇ ਥੋੜ੍ਹਾ ਜਿਹਾ ਮੈਨੂਫੈਕਚਰਿੰਗ ਨੂੰ ਰੀਸਟੋਰ ਕਰਦੇ ਹਾਂ,
not only are we reinvesting in our own economies by creating those manufacturing hubs ਜਿਨ੍ਹਾਂ ਨੇ ਅੱਜ ਤੋਂ 20 30 40 50 ਸਾਲ ਤੱਕ ਆਪਾਂ ਨੂੰ ਕੰਮ ਦੇਣਾ ਵਾ। ਜਿਵੇਂ ਆਸ਼ਵਾ ਦੇ ਵਿੱਚ ਆਪਣਾ ਫੋਰਡ ਦਾ ਉਹਦਾ ਪਲਾਂਟ ਸੀਗਾ, ਰਾਈਟ, ਐਂਡ ਸਿਮਿਲਰਲੀ ਇੱਧਰ ਕਾਲਿੰਗਵੁੱਡ ਵੱਲ ਸੀਗੇ। ਸੋ ਜਦੋਂ ਜੌਬਸ ਇੱਥੋਂ ਚਲੀਆਂ ਗਈਆਂ ਤਾਂ ਪਲਾਂਟ ਖਾਲੀ ਹੋ ਗਏ। ਹੁਣ ਉਹ ਪਲਾਂਟਸ ਨੂੰ ਭਰਨ ਵਾਸਤੇ ਗਵਰਨਮੈਂਟਸ ਨੂੰ ਦੁਬਾਰਾ ਬਿਜ਼ਨਸਿਸ ਨੂੰ ਅਟਰੈਕਟ ਕਰਨ ਲਈ ਇਨਸੈਂਟੀਵਾਈਜ਼ ਕਰਨਾ ਪਊਗਾ। ਜਿੱਥੇ ਬਿਜ਼ਨਸ ਨੂੰ ਮੈਕਸਿਮਮ ਫਾਇਦਾ ਹੋਊਗਾ ਉਹ ਕੰਟਰੀ 'ਚ ਜਾਓ ਬਿਜ਼ਨਸ, ਨਾ ਕਿ ਉਹ ਕੰਟਰੀ 'ਚ ਜਿੱਥੇ ਉਹਨੂੰ ਨੁਕਸਾਨ ਆ। ਪਰ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਵਿਜ਼ਨ ਕੋਈ ਵੀ ਪਾਰਟੀ ਨਹੀਂ ਪੇਸ਼ ਕਰ ਰਹੀ। ਜਿਹੜੀ ਦੂਸਰੀਆਂ ਪਾਰਟੀਆਂ ਨੇ ਉਹ ਵੀ ਗੱਲਾਂ ਇੱਥੇ ਉਹੀ ਲਗਭਗ ਸੇਮ ਹੀ ਨੈਰੇਟਿਵ ਸਾਰਿਆਂ ਦਾ। ਮੇਰੇ ਖਿਆਲ 'ਚ ਇੱਕ ਬੈਲੈਂਸ ਰਿਸਟੋਰ ਕਰਨ ਦੀ ਲੋੜ ਹੈ, ਥੋੜ੍ਹੀ ਆਬਜੈਕਟਿਵਿਟੀ ਦੀ ਲੋੜ ਹੈ। ਜੋ ਚੀਜ਼ਾਂ ਆਪਾਂ ਨੂੰ ਇੱਕ ਅੱਛੀ ਕੰਟਰੀ ਬਣਾਉਂਦੀਆਂ ਨੇ, ਜੋ ਆਪਾਂ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਹਾਂ, ਆਪਾਂ ਹਿਊਮਨ ਰਾਈਟਸ ਦੇ ਲਈ ਬਹੁਤ ਉਹਦੇ ਹੱਕ 'ਚ ਖੜ੍ਹੇ ਹੁੰਦੇ ਹਾਂ, ਬਹੁਤ ਚੰਗੀ ਗੱਲ ਆ, ਖੜ੍ਹੇ ਹੋਣਾ ਚਾਹੀਦਾ ਵਾ। ਆਪਾਂ ਐਨਰਜੀ ਕ੍ਰਾਈਸਿਸ ਨੂੰ ਜਾਂ ਗ੍ਰੀਨ ਐਨਰਜੀ ਨੂੰ, ਕਲੀਨ ਐਨਰਜੀ ਨੂੰ ਆਪਾਂ ਬਹੁਤ ਪੁਸ਼ ਕਰ ਰਹੇ ਹਾਂ, ਹੋਣਾ ਚਾਹੀਦਾ ਵਾ। ਆਈ ਥਿੰਕ ਵੀ ਆਰ ਵਰਲਡ ਲੀਡਰਸ ਐਂਡ ਵੀ ਸ਼ੁੱਡ ਕੰਟੀਨਿਊ ਟੂ ਬੀ। ਬਟ ਆਪਾਂ ਨੂੰ ਆਲ ਆਈਮ ਟਰਾਈਂਗ ਟੂ ਸੇ ਇਜ਼ ਬਿਜ਼ਨਸ ਵਰਲਡ ਸੇਜ਼ ਕਿ ਆਪਾਂ ਨੂੰ ਜਿਹੜੀਆਂ ਬਾਕੀ ਚੀਜ਼ਾਂ ਨੇ ਉੱਥੋਂ ਆਪਾਂ ਨੂੰ ਸਾਈਡ ਨਹੀਂ ਲੂਜ਼ ਕਰਨੀ ਚਾਹੀਦੀ। ਅਸੀਂ ਥੋੜ੍ਹਾ ਜਿਹਾ ਜ਼ਿਆਦਾ ਦੂਜੇ ਪਾਸੇ ਨੂੰ ਚਲੇ ਗਏ। ਹਾਂਜੀ, ਆਪਾਂ ਨੂੰ ਥੋੜ੍ਹਾ ਜਿਹਾ ਵਾਪਸ ਆਉਣ ਦੀ ਲੋੜ ਆ। ਸਾਡੀ ਸੈਂਟਰਿਸਟ ਲਾਈਨ ਸੀਗੀ ਜਿਹੜੀ, ਉੱਥੇ ਆਉਣ ਦੀ ਵਾਪਸ ਲੋੜ ਆ, ਕਿਉਂਕਿ ਉਹ ਸੈਂਟਰ 'ਚ ਰਹਿ ਕੇ ਹੀ ਸਾਰਿਆਂ ਦਾ ਭਲਾ ਹੋ ਸਕਦਾ। ਹੁਣ ਜਿਵੇਂ ਬ੍ਰੈਡ ਦੀ ਦੇਖੋ ਕਿੱਡੀ ਵੱਡੀ ਕੰਪੀਟੀਸ਼ਨ ਬਿਊਰੋ ਨੇ ਉਹਨਾਂ ਨੂੰ ਅੱਜ ਤੋਂ 8 ਸਾਲ ਪਹਿਲਾਂ 9 ਸਾਲ ਪਹਿਲਾਂ ਬ੍ਰੈਡ ਦੀਆਂ ਪ੍ਰਾਈਸਿਸ ਦੀ ਫਿਕਸਿੰਗ ਹੋਈ। ਕੀ ਹੋਇਆ? ਕੁਛ ਨਹੀਂ ਹੋਇਆ। ਪਿਛਲੇ ਸਾਲ ਆਪਣੀ ਫੈਡਰਲ ਗਵਰਨਮੈਂਟ ਨੇ ਜਿਹੜੇ ਆਪਣੇ ਮੇਜਰ ਗਰੋਸਰਸ ਨੇ ਉਹਨਾਂ ਦੇ CEOs ਨੂੰ ਬੁਲਾ ਕੇ ਇੰਟਰਵਿਊਜ਼ ਕੀਤੀਆਂ। ਕੀ ਹੋਇਆ? ਹਜੇ ਵੀ ਕੈਨੇਡਾ ਦੇ ਵਿੱਚ ਆਪਾਂ ਗਰੋਸਰੀਜ਼ ਆ ਜਿਹੜੀਆਂ 6.9% ਜ਼ਿਆਦਾ ਮਹਿੰਗੀਆਂ ਖਰੀਦ ਰਹੇ ਹਾਂ US ਤੋਂ। ਆਈ ਅੰਡਰਸਟੈਂਡ ਕਿ ਟਰਾਂਸਪੋਰਟੇਸ਼ਨ ਦੀਆਂ ਕਾਸਟ ਹੈਗੀਆਂ ਨੇ, ਬਟ ਕਿ ਉੱਥੇ ਆਲਰੇਡੀ 2.1% ਤੱਕ ਗਰੋਸਰੀਜ਼ ਆ ਚੁੱਕੀਆਂ ਨੇ, ਆਪਾਂ ਹਜੇ ਵੀ 6.9% ਪੇ ਕਰ ਰਹੇ ਹਾਂ। ਵਾਈ ਇਜ਼ ਦੈਟ ਅ ਬਿਗ ਸ਼ਿਫਟ? ਕਿਉਂਕਿ ਆਪਣੀ ਗਵਰਨਮੈਂਟਸ, ਮੈਂ ਇੱਕ ਗਵਰਨਮੈਂਟ ਦੀ ਗੱਲ ਨਹੀਂ ਕਰ ਰਹੀ ਅਗੇਨ, ਸਾਰੀਆਂ ਗਵਰਨਮੈਂਟਸ। ਦੇਖੋ ਸਾਡੇ ਸੁਣਨ ਵਾਲਿਆਂ 'ਚ ਕਈ ਜਿਹੜੇ ਬੰਦੇ ਪਾਰਟੀਆਂ ਨਾਲ ਜੁੜੇ ਹੁੰਦੇ ਨਾ, ਹਾਂਜੀ, ਜਦੋਂ ਗਵਰਨਮੈਂਟ ਦੀ ਗੱਲ ਕੀਤੀ ਉਹਨਾਂ ਨੂੰ ਲੱਗਦਾ ਸਾਡੀ ਪਾਰਟੀ ਦੀ ਗੱਲ ਹੋ ਰਹੀ ਹੈ। ਸ਼ਮੀਲ ਜੀ, ਮੈਂ ਤਾਂ ਆਈ ਐਮ ਅ ਕਾਮਨ ਪਰਸਨ ਲਾਈਕ ਯੂ, ਆਈ ਐਮ ਅ ਟੈਕਸ ਪੇਅਰ। ਮੈਂ ਤਾਂ ਇੱਕ ਚਾਹੁੰਦੀ ਹਾਂ ਕਿ ਆਪਣੀਆਂ ਸਾਰੀਆਂ ਪਾਰਟੀਆਂ ਰਲ ਕੇ ਜੋ ਐਕਚੁਅਲੀ ਆਪਣੇ ਆਮ ਲੋਕਾਂ ਦੀ ਲਾਈਫ ਨੂੰ ਅਫੈਕਟ ਕਰਦੀਆਂ ਚੀਜ਼ਾਂ ਉਹਨਾਂ ਨੂੰ ਸਮਝਣ, ਰਾਈਟ, ਸਾਰੀਆਂ ਵਿਊਜ਼ ਸੁਣਨ। ਕੋਈ ਇੱਕ ਪਾਰਟੀ ਖਰਾਬ ਜਾਂ ਚੰਗੀ ਨਹੀਂ ਹੁੰਦੀ। ਗੱਲ ਹੁੰਦੀ ਹੈ ਕਿ ਤੁਸੀਂ ਦੂਸਰੀ ਪਾਰਟੀ ਨੂੰ, ਦੂਸਰੀ ਸਾਈਡ ਨੂੰ, ਦੂਸਰੇ ਬੰਦੇ ਦੀ ਤਕਲੀਫ ਨੂੰ ਸਮਝਦੇ ਹੋ ਕਿ ਨਹੀਂ। ਮੇਰੇ ਗਰੋਸਰੀ ਦੇ ਬਿੱਲ, ਮੇਰੇ ਟੈਕਸ ਦੇ ਰੇਟ, ਮੇਰਾ ਸਾਰਾ ਕੁਝ ਜੇ ਵੱਧ ਰਿਹਾ ਵਾ ਅਤੇ ਮੇਰੀ ਇਨਕਮ ਉਸ ਸਪੀਡ ਨਾਲ ਨਹੀਂ ਗਰੋ ਕਰ ਰਹੀ, ਤਾਂ ਰਿਸੀਵਿੰਗ ਐਂਡ 'ਤੇ ਤਾਂ ਮੈਂ ਐਜ਼ ਅ ਕਾਮਨ ਪਰਸਨ ਵਾ ਨਾ, ਕੋਈ ਗਵਰਨਮੈਂਟ ਨਹੀਂ ਜਾਂ ਕੋਈ ਪੋਲੀਟੀਸ਼ੀਅਨ ਨਹੀਂ ਗਾ, ਰਾਈਟ। ਸੋ ਗਵਰਨਮੈਂਟ ਅਤੇ ਪੋਲੀਟੀਸ਼ੀਅਨਸ ਨੂੰ ਅਸੀਂ ਕਿਸ ਤਰ੍ਹਾਂ ਮੂਵ ਕਰ ਸਕਦੇ ਹਾਂ ਵੀ ਸਾਨੂੰ ਇਹ ਜਿਹੜੀ ਇਕੋਨਮੀ ਹੈ ਇਹਦੇ ਵਿੱਚ ਕੰਪੈਟੀਟਿਵ ਬਿਹੇਵੀਅਰ ਲਿਆਓ, ਤਾਂ ਕਿ ਇੱਥੇ ਜ਼ਿਆਦਾ ਪਾਰਟੀਸਪੈਂਟਸ ਹੋਣ, ਜ਼ਿਆਦਾ ਕੰਪਨੀਜ਼ ਇੱਥੇ ਪਲੇ ਕਰਨ, ਚਾਹੇ ਫੂਡ 'ਚ ਵਾ, ਚਾਹੇ ਐਨਰਜੀ 'ਚ ਵਾ, ਚਾਹੇ ਟੈਲੀਕਮਿਊਨੀਕੇਸ਼ਨ 'ਚ ਆ, ਤਾਂ ਕਿ ਕੰਪੈਟੀਟਿਵ ਪ੍ਰਾਈਸਿਸ ਹੋਣ, ਤਾਂ ਕਿ ਆਮ ਬੰਦੇ ਦੀ ਪਾਵਰ, ਬਾਰਗੇਨਿੰਗ ਪਾਵਰ ਵਧੇ। ਦੈਟਸ ਆਲ ਆਈ ਐਮ ਸੇਇੰਗ। ਕੁਛ ਤੁਹਾਡੀ ਗੱਲ ਨੂੰ ਤੋਂ ਬਹੁਤ ਕਨਵਿੰਸਡ ਨੇ ਅਤੇ ਉਹਨੂੰ ਪਸੰਦ ਕਰ ਰਹੇ ਨੇ, ਅਤੇ ਕਈਆਂ ਨੂੰ ਮਤਲਬ ਇਹ ਲੱਗਦਾ ਕਿ ਮਤਲਬ ਉਹ ਆਪਣੇ ਨਜ਼ਰੀਏ ਨਾਲ ਦੇਖਦੇ ਨੇ ਕਿ ਸ਼ਾਇਦ ਤੁਸੀਂ ਕਿਸੇ ਇੱਕ ਪਾਰਟੀ ਦੀ ਸਪੋਰਟ ਕਰ ਰਹੇ ਹੋ। ਨਹੀਂ, ਮੇਰੀ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਵੀ ਐਫੀਲੀਏਸ਼ਨ ਨਹੀਂ ਹੈਗੀ, ਐਂਡ ਨਾ ਹੀ ਮੇਰੀ ਕੋਈ ਇਸ ਤਰ੍ਹਾਂ ਦੀ ਇੰਟੈਂਸ਼ਨ ਹੈਗੀ ਆ ਵੀ ਤੁਹਾਡੇ ਲਿਸਨਰਸ ਨੂੰ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ, ਮੈਂ ਕਿਸੇ ਦੀ ਵੀ ਫੋਲੋਅਰ ਜਾਂ ਭਗਤ ਨਹੀਂ ਹੈਗੀ। ਮੈਂ ਸਿਰਫ ਫੈਕਚੁਅਲ ਜੋ ਮੈਂ ਪੜ੍ਹਦੀ ਹਾਂ, ਜੋ ਮੈਂ ਰਿਪੋਰਟਸ 'ਚ ਪੜ੍ਹਦੀ ਹਾਂ, ਮੈਂ ਉੱਥੋਂ ਇਨਫੋਰਮਡ ਹੁੰਦੀ ਹਾਂ, ਅਤੇ ਜੋ ਮੈਂ ਆਪਣੇ ਬਿਜ਼ਨਸ ਵਰਲਡ 'ਚ ਸੁਣਦੀ ਹਾਂ ਮੈਂ ਉੱਥੋਂ ਇਨਫੋਰਮਡ ਹੁੰਦੀ ਹਾਂ। ਅਤੇ ਅਸਲ 'ਚ ਇੱਕ ਚੀਜ਼ ਤਾਂ ਖੈਰ ਮੈਂ ਵੀ ਇਹ ਮਹਿਸੂਸ ਕਰਦਾ, ਜਿਹੜੇ ਲੋਕ ਪਾਰਟੀਆਂ ਨਾਲ ਜੁੜੇ ਹੁੰਦੇ ਨੇ, ਕਿਸੇ ਵੀ ਪਾਰਟੀ ਨਾਲ, ਮੈਂ ਜਨਰਲੀ ਮੇਰਾ ਕਿਉਂਕਿ ਵਾਹੀ ਉਹਨਾਂ ਨਾਲ ਰਹਿੰਦਾ। ਹਾਂਜੀ, ਜਿਹੜੇ ਬੰਦੇ ਕਿਸੇ ਆਈਡੀਓਲੋਜੀ ਨਾਲ ਜੁੜੇ ਹੁੰਦੇ ਨੇ ਨਾ, ਜਨਰਲੀ ਉਹਨਾਂ ਦਾ ਸੋਚਣ ਦਾ ਨਜ਼ਰੀਆ ਹੁੰਦਾ ਵੀ ਜੋ ਤਾਂ ਮੈਂ ਸੋਚ ਰਿਹਾ, ਹਾਂਜੀ, ਮੇਰਾ ਤਾਂ ਜਿਹੜਾ ਵਿਚਾਰ ਹੈ ਬਹੁਤ ਇਨਫੋਰਮਡ ਫੈਸਲਾ, ਅਤੇ ਮੈਂ ਇਹ ਗੱਲ ਕਹਿਣ ਲਈ ਕੁਆਲੀਫਾਈਡ ਹਾਂ। ਹਾਂਜੀ, ਉਹ ਦੁਨੀਆ ਦੇ ਕਲਾਈਮੇਟ ਚੇਂਜ ਤੋਂ ਲੈ ਕੇ ਅਤੇ ਪੋਲੀਟੀਕਲ ਇਸ਼ੂ ਤੱਕ ਹਰ ਚੀਜ਼ ਬਾਰੇ ਆਪਣੇ ਆਪ ਨੂੰ ਐਕਸਪਰਟ ਸਮਝਦਾ ਹੁੰਦਾ, ਪੋਲੀਟੀਕਲ ਪਾਰਟੀਆਂ ਨਾਲ ਜੁੜਿਆ ਬੰਦਾ। ਹਾਂਜੀ, ਪਰ ਜਦੋਂ ਉਸ ਤੋਂ ਕੋਈ ਡਿਫਰੈਂਟ ਵਿਊ ਸੁਣਦਾ, ਉਦੋਂ ਉਹ ਪਹਿਲਾ ਸਵਾਲ ਕਰਦਾ ਇਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ, ਜਾਂ ਇਹਨਾਂ ਦੀ ਕੀ ਅਥੋਰਿਟੀ ਹੈ, ਜਾਂ ਇਹਨਾਂ ਕੋਲ ਕੀ ਡੇਟਾ। ਕਿਉਂਕਿ ਹਰ ਬੰਦੇ ਨੇ ਆਪਣੀ ਪਸੰਦ ਦੀਆਂ 4 ਕਿਤਾਬਾਂ ਪੜ੍ਹੀਆਂ ਹੁੰਦੀਆਂ, ਉਹਨੂੰ ਲੱਗਦਾ ਵੀ ਜਿਹੜੀਆਂ ਕਿਤਾਬਾਂ ਮੈਂ ਪੜ੍ਹੀਆਂ ਦੁਨੀਆ 'ਚ ਇਹੀ ਡੇਟਾ। ਹਾਂਜੀ, ਅਤੇ ਜਿਹੜੇ ਲੋਕ ਮੇਰੇ ਤੋਂ ਉਲਟ ਗੱਲ ਕਰ ਰਹੇ ਨੇ ਉਹ ਕੋਈ ਬਿਨਾਂ ਡੇਟਾ 'ਤੇ ਬੇਸ ਗੱਲ ਨਹੀਂ ਕਰ ਰਹੇ। ਹਾਂਜੀ, ਹੈ ਨਾ, ਇਹ ਇੱਕ ਬੜੀ ਕਾਮਨ ਪ੍ਰੋਬਲਮ ਹੈ, ਇਕੱਲੀ ਕਿਸੇ ਇੱਕ ਪਾਰਟੀ ਜਾਂ ਆਈਡੀਓਲੋਜੀ ਦੀ ਨਹੀਂ,
ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਲੋਕਾਂ ਦੀ ਇਹ ਪ੍ਰੋਬਲਮ ਹੈ। ਐਂਡ ਆਈ ਥਿੰਕ ਇਹ ਪ੍ਰੋਬਲਮ ਹੋਰ ਐਗਜ਼ੈਸਰਬੇਟ ਹੋਈ ਹੈ ਜਿਵੇਂ ਆਪਣਾ ਸੋਸ਼ਲ ਮੀਡੀਆ ਬਹੁਤ ਪ੍ਰੋਮੀਨੈਂਟ ਹੋ ਗਿਆ ਆਪਾਂ। ਐਂਡ ਸੋਸ਼ਲ ਮੀਡੀਆ ਇਜ਼ ਆਲਸੋ ਕੰਸਟਰਕਟ ਆਫ ਕਾਰਪੋਰੇਸ਼ਨਸ ਇਫ ਯੂ ਆਸਕ, ਕਾਰਪੋਰੇਟ ਵਰਲਡ ਦਾ ਹੀ ਕ੍ਰੀਏਟਡ ਹੈ ਐਂਡ ਬਹੁਤ ਫॉर ਪ੍ਰੋਫਿਟ ਕੰਪਨੀਜ਼ ਨੇ, ਹਜੇ ਵੀ ਕਰ ਰਹੀਆਂ ਨੇ। ਅਤੇ ਜੇ ਤੁਸੀਂ ਉਹਨਾਂ ਦੇ ਸਰਕਲਸ 'ਚ ਜਾਓ ਅਤੇ ਸੁਣੋ ਵੀ ਉਹ ਕੀ ਪਲਾਨ ਕਰ ਰਹੇ ਨੇ 2030 2040 2050 ਤੱਕ, ਤਾਂ ਤੁਸੀਂ ਹੈਰਾਨ ਹੋ ਜਾਓਗੇ, ਯੂ ਵਿਲ ਬੀ ਸ਼ੌਕਡ। ਬਟ ਉਹ ਜਿਹੜੀਆਂ ਸੋਸ਼ਲ ਮੀਡੀਆ ਦੇ ਸਰਕਲਸ 'ਚ ਗੱਲਾਂ ਹੁੰਦੀਆਂ ਨੇ, ਸਪੋਜ਼ ਤੁਸੀਂ ਟਿਕਟੋਕ ਫੋਲੋ ਕਰਦੇ ਹੋ ਜਾਂ ਫੇਸਬੁੱਕ ਦਾ ਕੋਈ ਪੇਜ ਫੋਲੋ ਕਰਦੇ ਹੋ, ਉਹਨਾਂ ਨੇ ਐਨਾਲਿਟਿਕਸ ਨੇ ਤੁਹਾਨੂੰ ਉਹੋ ਜਿਹੀਆਂ ਫੀਡਸ ਭੇਜੀ ਜਾਣੀਆਂ ਨੇ ਜੋ ਤੁਸੀਂ ਤੁਹਾਡੇ ਵੱਲ ਦੀਆਂ ਨੇ। ਜੇ ਤੁਸੀਂ ਜਸਟ ਐਗਜ਼ਾਮਪਲ ਵਾਸਤੇ ਜੇ ਕੋਈ ਟਰੰਪ ਸਪੋਰਟਰ ਹੈ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਦੀ ਫੀਡ ਮਿਲ ਜਾਣੀ ਹੈ, ਜੋ ਕਿ ਸਹੀ ਨਹੀਂ ਹੈ, ਜੋ ਕਿ ਬਹੁਤ ਗਲਤ ਹੈ। ਇਨਫੈਕਟ ਮੇਰੇ ਇੱਕ ਕੋਲੀਗ ਹੈਗੇ ਨੇ USA 'ਚ, ਉਹ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਯਾਦ ਹੋਊਗਾ, ਲਿਸਨਰਸ ਨੂੰ ਯਾਦ ਹੋਊਗਾ ਵੀ ਕੈਂਬਰਿਜ ਐਨਾਲਿਟਿਕਾ ਕਰਕੇ ਕੰਪਨੀ ਸੀਗੀ ਜਿਹੜੀ ਕਿ ਪਿਛਲੀ US ਇਲੈਕਸ਼ਨਸ ਦੇ ਵਿੱਚ ਉਹਨਾਂ ਦਾ ਕਾਫੀ ਨਾਂ ਆਇਆ ਸੀ। ਐਂਡ ਉਹ ਸਰਵਿਸ ਪ੍ਰੋਵਾਈਡਰ ਸੀਗੇ ਫੇਸਬੁੱਕ ਨੂੰ, ਅਤੇ ਉਹਨਾਂ ਦਾ ਕਾਫੀ ਪੋਲੀਟੀਕਲ ਸਕੈਂਡਲ ਹੋ ਗਿਆ ਸੀ ਵੀ ਇਹਨਾਂ ਨੇ ਐਨਾਲਿਟਿਕਸ ਕ੍ਰੀਏਟ ਕੀਤੇ ਫੇਸਬੁੱਕ ਵਾਸਤੇ ਫॉर ਸਰਟਨ ਕਾਈਂਡ ਆਫ ਡੇਟਾ ਟੂ ਬੀ ਫੈਡ ਟੂ ਸਰਟਨ ਪੀਪਲ, ਵੀ ਅਗਰ ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਨੇ ਤਾਂ ਉਹੋ ਜਿਹੀ ਹੀ ਫੀਡ ਉਹਨਾਂ ਨੂੰ ਆਵੇ, ਉਹੋ ਜਿਹੀ ਇਨਫੋਰਮੇਸ਼ਨ ਉਹਨਾਂ ਨੂੰ ਆਵੇ। ਵੀ ਆਰ ਲਿਵਿੰਗ ਇਨ ਐਨ ਐਰਾ ਆਫ ਓਵਰ ਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ। ਮੈਂ ਐਜ਼ ਅ ਲਰਨਰ, ਮੈਂ ਐਜ਼ ਅ ਇੰਡੀਵਿਜੂਅਲ, ਉਹ ਮੇਰਾ ਰੋਲ ਹੈ ਕਿ ਮੈਂ ਇਨਫੋਰਮੇਸ਼ਨ ਸਿਰਫ ਇੱਕ ਸੈਕਟਰ 'ਚੋਂ ਲੈਣੀ ਹੈ ਜਾਂ ਮੈਂ ਆਪਣੇ ਆਪ ਨੂੰ 360 ਡਿਗਰੀ ਯੂਨੀਫਾਰਮ ਇਨਫੋਰਮੇਸ਼ਨ ਲਾ ਕੇ ਫਿਰ ਆਪਣਾ ਓਪੀਨੀਅਨ ਆਪ ਬਣਾਉਣਾ ਹੈ। ਆਈ ਥਿੰਕ ਆਪਾਂ ਨੂੰ ਉਹ ਜਿਹੜੀ ਵਿਜ਼ਨ ਹੈ, ਵਿਊ ਹੈ, ਕਦੇ ਲੂਜ਼ ਨਹੀਂ ਕਰਨਾ ਚਾਹੀਦਾ ਵੀ ਆਪਾਂ ਨੂੰ ਚਾਹੇ ਇੱਕ ਕੰਨ ਤੋਂ, ਚਾਹੇ ਦੂਜੇ ਕੰਨ 'ਚੋਂ, ਚਾਹੇ ਦੋਨਾਂ ਕੰਨਾਂ 'ਚੋਂ ਆਵਾਜ਼ ਆ ਰਹੀ ਆ, ਆਪਾਂ ਆਪਣਾ ਮਾਈਂਡ ਆਪ ਬਣਾਉਣਾ। ਮੈਂ ਤਾਂ ਬਸ ਇਹਦੇ ਬਾਰੇ ਇੱਕ ਰੱਖਿਆ ਹੋਇਆ ਆਪਣੇ ਕੋਲ ਮੀਟਰ, ਕਿ ਕਿਵੇਂ ਪਤਾ ਲੱਗਦਾ ਜਦੋਂ ਕੋਈ ਬੰਦਾ ਕੋਈ ਗੱਲ ਸੁਣ ਕੇ ਉਹ ਮਤਲਬ ਉਹ ਆਪਣਾ ਪੇਸ਼ੈਂਸ ਲੂਜ਼ ਕਰ ਜਾਂਦਾ ਅਤੇ ਉਹ ਅਨਕੰਫਰਟੇਬਲ ਫੀਲ ਕਰਦਾ ਅਤੇ ਉਹਨੂੰ ਲੱਗਦਾ ਵੀ ਉਹ ਅਫੈਂਡਡ ਫੀਲ ਕਰਦਾ, ਦੈਟ ਮੀਨਸ ਉਹਨੇ ਆਪਣੇ ਰਸਤੇ ਬੰਦ ਕੀਤੇ ਹੋਇਆ। ਹਾਂਜੀ, ਆਪਾਂ ਨੂੰ ਓਪਨ ਮਾਈਂਡ ਨਾਲ ਸੁਣਨਾ ਚਾਹੀਦਾ ਇੱਕ ਦੂਸਰੇ ਨੂੰ। ਐਂਡ ਮੈਂ ਇਹ ਨਹੀਂ ਕਹਿ ਰਹੀ ਕਿ ਜੋ ਮੈਂ ਕਹਿ ਰਹੀ ਹਾਂ 100% ਉਹੀ ਸਹੀ ਆ। ਇਹ ਮੇਰਾ ਵਿਊ ਇਜ਼ ਇਨਫੋਰਮਡ ਫਰੋਮ ਵੇਅਰ ਆਈ ਕਮ ਫਰੋਮ, ਜਿਹੜੇ ਬਿਜ਼ਨਸ ਵਰਲਡ 'ਚ ਮੈਂ ਆਪਰੇਟ ਕਰਦੀ ਹਾਂ, ਮੈਂ ਉੱਥੋਂ ਦੇ ਵਿਊ ਦੀ ਗੱਲ ਕਰ ਰਹੀ ਹਾਂ। ਐਂਡ ਮੈਂ ਇਹ ਨਹੀਂ ਕਹਿ ਰਹੀ ਵੀ ਉਹ ਵਿਊ ਸਹੀ ਵਿਊ ਹੈ। ਜੋ ਮੇਰਾ ਪਰਸਨਲ ਵਿਊ ਹੈ ਉਹ ਇਹ ਹੈ ਕਿ ਇੱਕ ਆਬਜੈਕਟਿਵਿਟੀ ਦੀ ਜ਼ਰੂਰਤ ਹੈ। ਆਪਾਂ ਬਹੁਤ ਜ਼ਿਆਦਾ ਐਕਸਟ੍ਰੀਮਸ 'ਚ ਚਲੇ ਗਏ ਹਾਂ, ਲੈਫਟ ਬਹੁਤ ਜ਼ਿਆਦਾ ਲੈਫਟ ਹੋ ਗਿਆ ਅਤੇ ਰਾਈਟ ਬਹੁਤ ਜ਼ਿਆਦਾ ਰਾਈਟ ਹੋ ਗਿਆ। ਥੋੜ੍ਹਾ ਮਿਡਲ ਗਰਾਊਂਡ ਰਿਸਟੋਰ ਕਰਨ ਦੀ ਜ਼ਰੂਰਤ ਹੈ। ਵੈਸੇ ਕੈਨੇਡਾ ਦੀ ਜਿਹੜੀ ਨੈਸ਼ਨਲ ਪੋਲਿਸੀ ਸੀ ਵੈਸੇ ਉਹ ਸੈਂਟਰਿਸਟ ਹੀ ਹੁੰਦੀ ਸੀ। ਹਾਂਜੀ, ਜੇ ਦੇਖਿਆ ਜਾਵੇ। ਹਾਂਜੀ, ਹੁਣ ਹੌਲੀ ਹੌਲੀ ਅਸੀਂ ਆਪਾਂ ਬਹੁਤ ਐਕਸਟ੍ਰੀਮਸ ਵੱਲ ਨੂੰ ਜਾ ਰਹੇ ਹਾਂ। ਵੀ ਆਰ ਫੋਲੋਇੰਗ ਆਲਮੋਸਟ ਲਾਈਕ ਦ ਯੂਨਾਈਟਿਡ ਸਟੇਟਸ, ਕਿਉਂਕਿ ਉੱਥੇ ਬਹੁਤ ਡਿਵਾਈਸਿਵ, ਜਿੱਥੇ 2 ਪਾਰਟੀ ਸਿਸਟਮ ਉਹੀ ਹੋ ਗਿਆ ਨਾ, ਮੋਨੋਪਲੀਜ਼ ਨੇ, ਜਾਂ ਉਹ ਤੁਹਾਡੇ ਕੋਲ ਹੋਰ ਤੀਸਰੀ, ਚੌਥੀ, ਪੰਜਵੀਂ, ਛੇਵੀਂ ਚੋਇਸ ਹੀ ਨਹੀਂ ਹੈ, ਹੈ ਨਾ। ਹੁਣ ਇੰਡੀਆ ਵਰਗੀ ਇਕੋਨਮੀ 'ਚ ਐਟਲੀਸਟ ਸਾਡੇ ਕੋਲ ਚੋਇਸ ਤਾਂ ਹੈ, ਐਟਲੀਸਟ ਅਸੀਂ ਹੋਰ ਪੋਲੀਟੀਕਲ ਵਿਊਜ਼ ਨੂੰ ਸੁਣ ਤਾਂ ਸਕਦੇ ਹਾਂ ਅਤੇ ਆਪਾਂ ਰਿਜੈਕਟ ਕਰ ਸਕਦੇ ਹਾਂ। ਜਿਹੜੇ ਬਹੁਤ ਫੰਡਾਮੈਂਟਲਿਸਟ ਵਿਊ ਵਾਲੇ ਲੋਕ ਨੇ ਉਹਨਾਂ ਨੂੰ ਰਿਜੈਕਟ ਕਰ ਸਕਦੇ ਹਾਂ ਵੀ ਇਹ ਅੱਜ ਦੀ ਸੁਸਾਇਟੀ 'ਚ ਐਕਸੈਪਟੇਬਲ ਬਿਹੇਵੀਅਰ ਜਾਂ ਥਾਟਸ ਨਹੀਂ ਨੇ, ਫੋਰ ਐਗਜ਼ਾਮਪਲ। ਐਂਡ ਅੱਗੇ ਵਧਣ ਵਾਸਤੇ ਸਾਨੂੰ ਇਨਕਲੂਸਿਵ ਇਕੋਨਮੀਜ਼ ਦੀ ਜ਼ਰੂਰਤ ਹੈ, ਹਰ ਇੱਕ ਦੇ ਨਾਲ ਤੁਰਨ ਦੀ ਜ਼ਰੂਰਤ ਹੈ। ਆਪਣੇ ਆਪ ਨੂੰ ਜੇ ਅਸੀਂ ਸਾਰੇ ਗਲੋਬਲ ਇਕੋਨਮੀਜ਼ ਹਾਂ, ਕਿਉਂਕਿ ਆਪਣੀ ਸਾਰਿਆਂ ਦੀਆਂ ਇਕੋਨਮੀਜ਼ ਇੰਟਰਡਿਪੈਂਡੈਂਟ ਨੇ। ਕੈਨੇਡਾ ਦੀ ਗਲੋਬਲ ਇਕੋਨਮੀ, ਕੈਨੇਡਾ ਇਜ਼ ਡੀਪਲੀ ਟਾਈਡ ਵਿਦ ਯੂਨਾਈਟਿਡ ਸਟੇਟਸ। ਲਾਸਟ ਗੱਲ ਆਪਣੀ ਰਹਿਣਾ ਜਾਏ, ਜਿਹੜੀ ਅਸਲੀ ਗੱਲ ਜਿਹੜਾ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ, ਜਿਹੜਾ ਹੁਣ ਕਾਰਪੋਰੇਟ ਵਰਲਡ ਹੈ, ਹਾਂਜੀ, ਉਹ ਕੀ ਸਮਝ ਰਿਹਾ ਕਿ ਨਾਰਥ ਅਮਰੀਕਾ ਜਿਹੜਾ ਆਉਣ ਵਾਲੇ ਸਾਲ 2 ਸਾਲ 'ਚ ਖਾਸ ਕਰਕੇ ਆਹ ਸਾਲ, ਹਾਂਜੀ, ਇਹ ਕਿਸ ਪਾਸੇ ਨੂੰ ਜਾ ਰਿਹਾ? ਆਈ ਥਿੰਕ ਜਿਹੜਾ ਆਪਾਂ ਪਿਛਲੇ ਕੁਛ ਐਪੀਸੋਡਸ ਤੁਸੀਂ ਵੀ ਗੱਲ ਕਰ ਰਹੇ ਸੀ, ਸੌਫਟ ਰਿਸੈਸ਼ਨ ਵਾਲੀ ਗੱਲ ਹੋ ਰਹੀ ਸੀਗੀ। ਜਿਹੜੇ ਤਾਂ ਆਪਣੇ ਟ੍ਰੈਡੀਸ਼ਨਲ ਲੈਂਡਿੰਗ ਇੰਸਟੀਟਿਊਸ਼ਨਸ ਨੇ, ਯਾਨੀ ਕਿ ਆਪਣੇ ਬੈਂਕਸ ਨੇ, ਜੋ ਕਿ ਇਨਫੋਰਮਡ ਨੇ ਆਪਣੇ ਰੈਗੂਲੇਟਰ ਤੋਂ, ਉਹ ਬਹੁਤ ਕੰਜ਼ਰਵੇਟਿਵ ਅਪਰੋਚ ਲੈ ਕੇ ਚੱਲ ਰਹੇ ਨੇ, ਕਿਉਂਕਿ ਉਹਨਾਂ ਦਾ ਇੱਕ ਗ੍ਰੇਟਰ ਆਬਜੈਕਟਿਵ ਹੈ ਤਾਂ ਕਿ ਮੇਰੇ ਵਰਗੇ ਅਤੇ ਤੁਹਾਡੇ ਵਰਗੇ ਲੋਕ, ਜਿਹੜੇ ਆਪਾਂ ਆਮ ਲੋਕ ਹਾਂ, ਆਪਾਂ ਨੂੰ ਇਨਫਲੇਸ਼ਨ ਹੋਰ ਜ਼ਿਆਦਾ ਤੰਗ ਨਾ ਕਰੇ, ਜੋ ਕਿ ਬਹੁਤ ਚੰਗੀ ਚੀਜ਼ ਹੈ। ਇਹ ਆਬਜੈਕਟਿਵਿਟੀ ਹੋਣੀ ਜ਼ਰੂਰੀ ਹੈ ਹਰ ਇੱਕ ਗਵਰਨਮੈਂਟ ਦੀ, ਅਤੇ ਉਹ ਗਵਰਨਮੈਂਟਸ ਕਰ ਰਹੀਆਂ ਨੇ ਐਂਡ ਰੈਗੂਲੇਟਰਸ ਕਰ ਰਹੇ ਨੇ। ਸੋ 2024 ਦੇ 3rd ਕੁਆਰਟਰ ਤੱਕ ਆਪਾਂ ਸੁਣਨ ਨੂੰ, ਜੋ ਮਾਰਕੀਟਸ 'ਚ ਸੁਣ ਰਹੇ ਹਾਂ, ਉਹ ਇਹ ਆ, ਕਿਉਂਕਿ ਮੈਂ ਗੱਲ ਆਪਾਂ ਕਰ ਰਹੇ ਸੀ ਰਹਿ ਗਈ ਵੀ 2019 2020 'ਚ 3-4 ਮੇਜਰ ਕੰਪਨੀਜ਼ ਨੇ, ਉਹਨਾਂ ਨੂੰ ਯੂਨੀਕॉर्न्स ਕਿਹਾ ਜਾਂਦਾ, ਉਹਨਾਂ ਨੇ IPO ਕਰਨੀ ਸੀਗੀ, ਉਹਨਾਂ ਨੇ ਪਬਲਿਕਲੀ ਲਿਸਟ ਕਰਨਾ ਸੀ, ਅਤੇ ਉਹ ਉਹਨਾਂ ਨੇ ਵਾਰ ਕਰਕੇ ਅਤੇ ਕੋਵਿਡ ਕਰਕੇ ਉਹਨਾਂ ਨੇ ਪਿੱਛੇ ਪਾਤੀ। ਅਤੇ ਹੁਣ ਉਹ ਤਿਆਰ ਨੇ, ਉਹਨਾਂ ਦੀਆਂ ਆਲਰੇਡੀ ਫਾਈਲਿੰਗਸ ਹੋ ਚੁੱਕੀਆਂ ਨੇ ਸਿਕਿਉਰਿਟੀ ਕਮਿਸ਼ਨਸ ਨਿਊਯਾਰਕ ਦੇ ਵਿੱਚ।
ਐਂਡ ਉਹ ਮਿਡ ਈਅਰ ਤੱਕ ਉਹਨਾਂ ਨੇ ਸਟਾਕ ਲਿਸਟ ਕਰ ਦੇਣੇ ਆ, ਵਿਚ ਮੀਨਸ ਮਾਰਕੀਟ ਸੈਂਟੀਮੈਂਟ ਤੇ ਜਿਹੜੇ ਅੰਡਰਰਾਈਟਰਸ ਨੇ, ਬੈਂਕਸ ਨੇ, ਉਹ ਕਹਿ ਰਹੇ ਨੇ ਕਿ ਯਾ ਵੀ ਆਰ ਓਪਨ ਫॉर ਬਿਜ਼ਨਸ, ਅਸੀਂ ਖੁੱਲ੍ਹ ਰਹੇ ਹਾਂ ਬਿਜ਼ਨਸ। ਜਿਹੜਾ ਐਕਚੁਅਲ ਰਿਸਟੋਰੇਸ਼ਨ ਆਫ ਨਾਰਮਲ ਫਲੋ ਆਫ ਇਕੋਨਮੀਜ਼ ਆ ਉਹ 2025 'ਚ ਜਾ ਕੇ ਆਪਾਂ ਨੂੰ ਦਿਖਣਾ, ਜੋ ਕਿ ਆਪਾਂ ਮੋਸਟਲੀ ਸੁਣ ਰਹੇ ਹਾਂ ਆਪਣੇ ਇਕੋਨਮਿਸਟ ਤੋਂ ਵੀ, ਤੁਹਾਡੇ ਜਿਹੜੇ ਹੋਰ ਇੱਥੇ ਆ ਕੇ ਸਪੈਸ਼ਲਿਸਟ ਆ ਕੇ ਗੱਲ ਕਰਦੇ ਉਹ ਵੀ ਇਹੀ ਕਹਿ ਰਹੇ ਨੇ, ਅਸੀਂ ਵੀ ਮਾਰਕੀਟਸ 'ਚ ਇਹੀ ਸੁਣ ਰਹੇ ਹਾਂ। ਪਰ ਇਨਵੈਸਟਰਸ ਨੇ ਜਿਹੜੇ ਉਹ ਹੁਣ ਸਟੇਬਲ ਮਾਰਕੀਟਸ ਪਸੰਦ ਕਰ ਰਹੇ ਨੇ, ਅਨਸਟੇਬਿਲਿਟੀ ਨੂੰ ਕੋਈ ਵੀ ਇਨਵੈਸਟਰ ਨਹੀਂ ਪਸੰਦ ਕਰਦਾ। ਐਂਡ ਜਿੱਥੇ ਸਟੇਬਲ ਰਜੀਮ ਹੋਊਗੀ, ਜਿੱਥੇ ਸਟੇਬਲ ਗਵਰਨਮੈਂਟਸ ਹੋਣਗੀਆਂ, ਉੱਥੇ ਮਾਰਕੀਟ ਵਿਲ ਇਨਵੈਸਟ, ਉੱਥੇ ਦ ਬਿਜ਼ਨਸ ਵਿਲ ਗੋ, ਕਿਉਂਕਿ ਬਿਜ਼ਨਸ ਦਾ ਕੰਮ ਤਾਂ ਅਲਟੀਮੇਟਲੀ ਟੂ ਮੇਕ ਪ੍ਰੋਫਿਟ ਆ, ਹੈ ਨਾ। ਉਹਨਾਂ ਨੇ ਘਾਟਾ ਖਾਣ ਲਈ ਤਾਂ ਬਿਜ਼ਨਸ ਨਹੀਂ ਸ਼ੁਰੂ ਕੀਤਾ, ਦੇ ਆਰ ਨਾਟ ਚੈਰੀਟੇਬਲ ਆਰਗੇਨਾਈਜੇਸ਼ਨਸ। ਸੋ ਦੈਟਸ ਵਟ ਵੀ ਆਰ ਹੀਅਰਿੰਗ। ਐਂਡ ਜੋ ਇਕਨੋਮਿਕ ਆਊਟਲੁੱਕ ਹੈ ਉਹ ਇਹ ਹੈ ਕਿ ਇੰਟਰਸਟਿੰਗਲੀ ਕੈਨੇਡਾ ਵਾਸਤੇ ਬਹੁਤ ਜਿਹੜੀ ਇੰਟਰਸਟਿੰਗ ਚੀਜ਼ ਆ ਉਹ ਇਹ ਆ ਵੀ ਆਪਣੀਆਂ ਜੋਬਸ ਨੇ ਉਹ ਕ੍ਰੀਏਟ ਹੋ ਰਹੀਆਂ ਨੇ, ਜੋ ਕਿ ਆਪਾਂ ਸੋਚਿਆ ਸੀ ਘਟਣਗੀਆਂ, ਜਿਹਦੇ ਕਰਕੇ ਆਪਾਂ ਪ੍ਰੋਜੈਕਟ ਕੀਤਾ ਸੀ ਵੀ ਆਪਣੀ ਇਨਫਲੇਸ਼ਨ ਜਲਦੀ ਡਰੋਪ ਕਰੂਗੀ, ਕਿਉਂਕਿ ਜੇ ਜੋਬਸ ਨਹੀਂ ਹੋਣਗੀਆਂ ਤਾਂ ਲੋਕਾਂ ਕੋਲ ਪੈਸੇ ਨਹੀਂ ਹੋਣਗੇ ਸਪੈਂਡ ਕਰਨ ਨੂੰ। ਬਟ ਉਹ ਜੋਬਸ ਕ੍ਰੀਏਟ ਹੋ ਰਹੀਆਂ ਨੇ, ਉਹ ਕਿੱਥੇ ਹੋ ਰਹੀਆਂ ਨੇ? ਮੋਸਟਲੀ ਸਰਵਿਸ ਸੈਕਟਰ 'ਚ ਹੋ ਰਹੀਆਂ ਨੇ। ਆਪਣੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਹੈ ਉਹਦੇ ਕਰਕੇ ਵੀ ਆਪਾਂ ਨਵੇਂ ਵਰਕਰਸ ਲੈ ਕੇ ਆ ਰਹੇ ਹਾਂ। ਹਜੇ ਵੀ ਵਰਕਰਸ ਦੀ ਕਹਿ ਲਓ ਬੈਟਰ ਪਾਵਰ ਟੂ ਨੈਗੋਸ਼ੀਏਟ ਹੈ, ਕਿਉਂਕਿ ਜਿਹੜਾ ਕੈਨੇਡੀਅਨ ਐਮਪਲੋਇਰ ਆ ਉਹਨੂੰ ਪ੍ਰੋਪਰ ਟੈਲੈਂਟ ਅਤੇ ਪ੍ਰੋਪਰ ਸਕਿਲਡ ਵਰਕਰਸ ਨਹੀਂ ਮਿਲ ਰਹੇ। ਅਗਲੇ ਹੋਰ ਮਹੀਨਿਆਂ 'ਚ ਹੁਣ ਤੁਸੀਂ ਨਿਊਜ਼ ਫੋਲੋ ਕੀਤੀ ਹੋਣੀ ਆ, ਆਪਣੀ ਫੈਡਰਲ ਗਵਰਨਮੈਂਟ ਨੇ ਅਨਾਊਂਸ ਕੀਤਾ ਮੇਜਰ ਬ੍ਰੇਕ ਟੂ ਦ ਸਿਟੀ ਆਫ ਟੋਰਾਂਟੋ ਫॉर द ਹਾਊਸਿੰਗ ਕ੍ਰਾਈਸਿਸ ਦੈਟ ਇਟ ਇਜ਼ ਫੇਸਿੰਗ, ਐਂਡ ਦੈਟ ਇਜ਼ ਆਫਟਰ ਲਾਈਕ 8 ਸਾਲ ਦੇ ਗੈਪ ਤੋਂ ਬਾਅਦ ਉਹਨਾਂ ਨੇ ਇਹ ਅਨਾਊਂਸ ਕੀਤਾ ਵਾ। ਐਂਡ ਆਈ ਥਿੰਕ ਇਟ ਇਜ਼ 280 ਮਿਲੀਅਨ ਦੇ ਨੇੜੇ ਤੇੜੇ ਹੈ, ਆਈ ਐਮ ਫੋਰਗੈਟਿੰਗ ਦ ਫਿਗਰ, ਬਟ ਦੈਟ ਇਜ਼ ਅ ਗੁੱਡ ਥਿੰਗ। ਉਹ ਲਿਬਰਲ ਗਵਰਨਮੈਂਟ ਨੇ ਟੋਰਾਂਟੋ ਨੂੰ ਦਿੱਤਾ ਵਾ, ਅਤੇ ਦੈਟ ਮੀਨਸ ਕਿ ਆਪਣੀ ਕੰਸਟਰਕਸ਼ਨ ਐਕਟੀਵਿਟੀ ਇੱਥੇ ਵਧੂਗੀ, ਵਿਚ ਮੀਨਸ ਕਿ ਆਪਾਂ ਨੂੰ ਲੇਬਰ ਦੀ ਜ਼ਰੂਰਤ ਹੈ। ਸਪਲਾਈ ਚੇਨ ਆਲਰੇਡੀ ਰਿਸਟੋਰ ਹੋ ਚੁੱਕੀ ਹੈ, ਯਾਨੀ ਕਿ ਖਪਤ ਵਧੂਗੀ, ਘਰ ਬਣਨਗੇ, ਇੱਥੇ ਬਣਨੇ ਜ਼ਰੂਰੀ ਨੇ। ਸੋ ਉਸ ਚੀਜ਼ ਨੇ ਇਕੋਨਮੀ ਨੂੰ ਹੀਟਡ ਰੱਖਣਾ ਵਾ। ਆਪਾਂ ਸੋਚ ਰਹੇ ਹਾਂ ਕਿ ਇਨਫਲੇਸ਼ਨ ਘਟੂਗੀ, ਮੈਨੂੰ ਇਹ ਲੱਗ ਰਿਹਾ ਵਾ ਜੋ ਇਹ ਸਾਰਾ ਕੁਛ ਹੋ ਰਿਹਾ ਹੈ ਆਪਣੀ 2024 ਦੇ ਐਂਡ ਤੱਕ ਜਾ ਕੇ ਜੇ 2% ਤੱਕ ਇਨਫਲੇਸ਼ਨ ਘਟੀ ਤਾਂ ਘਟੂਗੀ, ਅਦਰਵਾਈਜ਼ ਮੈਨੂੰ ਨਹੀਂ ਲੱਗ ਰਿਹਾ, ਕਿਉਂਕਿ ਗਰੋ ਹੋ ਰਹੀ ਹੈ। ਤੁਹਾਡੇ ਕਹਿਣ ਦਾ ਮਤਲਬ ਕਿ 2000 ਇਸ ਸਾਲ ਦੇ ਜਿਹੜੀ ਇਨਫਲੇਸ਼ਨ ਹੈ ਜਲਦੀ ਨਹੀਂ ਘਟਣ ਵਾਲੀ, ਨਹੀਂ ਘਟੂਗੀ, ਜੇ ਜਲਦੀ ਇਨਫਲੇਸ਼ਨ ਨਹੀਂ ਘਟੇਗੀ ਤੇ ਫਿਰ ਰੇਟ ਵੀ ਉਨੀ ਜਲਦੀ ਨਹੀਂ ਘਟੇਗਾ। ਐਗਜ਼ੈਕਟਲੀ। ਸੋ ਇਹ ਸੋਚ ਕੇ ਨਾ ਚੱਲੀਏ ਕਿ ਆਪਣੇ ਰੇਟਸ ਇੱਕਦਮ ਘਟਣਗੇ, ਜੇ ਘਟੇ ਆਪਾਂ ਬਹੁਤ ਲੱਕੀ ਹੋਵਾਂਗੇ ਜੇ ਥਰਡ ਕੁਆਰਟਰ 'ਚ ਜਾ ਕੇ ਆਪਾਂ 0.5% ਤੱਕ ਜੇ ਪਹੁੰਚ ਜਾਈਏ, ਹੋਰ ਘੱਟ ਮਤਲਬ, ਪਰ ਪਹਿਲੇ ਵਾਲੇ ਰੇਟਸ ਤਾਂ ਬਿਲਕੁਲ ਹੀ ਨਹੀਂ ਆਉਣਗੇ। Market is expecting about 4% towards by the end of this year. Again, if you're very lucky, ਅਗਰ ਇਨਫਲੇਸ਼ਨ ਜਿੱਥੇ ਲੈ ਕੇ ਜਾਣਾ ਚਾਹੁੰਦੇ ਆ ਉੱਥੇ ਤੱਕ ਘਟ ਜਾਂਦੀ ਆ, ਦੈਨ ਅਗਰ ਮਾਰਕੀਟ ਹੀਟ ਹੋ ਜਾਂਦੀ ਆ ਜਸਟ ਬਿਕੋਜ਼ ਹੁਣ ਆਪਾਂ ਪ੍ਰੋਪੈਲ ਕਰ ਦੇਣੀ ਹੈ ਕੰਸਟਰਕਸ਼ਨ ਐਕਟੀਵਿਟੀ, ਅਤੇ ਹੋਰ ਅਗਰ ਸਰਵਿਸ ਬੇਸਡ ਇੰਡਸਟਰੀ ਗਰੋ ਕਰਦੀ ਰਹੀ, ਜੋ ਕਿ ਗਰੋ ਕਰ ਰਹੀ ਹੈ ਕੈਨੇਡਾ 'ਚ, ਤਾਂ ਆਪਾਂ ਨੂੰ ਹੋਰ ਫੋਰਨ ਵਰਕਰਸ ਦੀ ਲੋੜ ਆ, ਕਿਉਂਕਿ ਆਪਣੇ ਕੋਲ ਜਿਹੜੇ ਇੱਥੇ ਐਗਜ਼ਿਸਟਿੰਗ ਵਰਕਫੋਰਸ ਆ ਉਹ ਫੁਲਫਿਲ ਨਹੀਂ ਕਰਦੀ ਮਾਰਕੀਟ। ਮੀਨਸ ਕਿ ਵੀ ਜਿਹੜੀਆਂ ਜੌਬਸ ਤੇ ਹੋਰ ਕ੍ਰੀਏਟ ਹੋ ਸਕਦੀਆਂ, ਜਿਹੜੀਆਂ ਇਨਵੈਸਟਮੈਂਟ ਗਵਰਨਮੈਂਟਸ ਕਰਨਗੀਆਂ। ਹਾਂਜੀ। ਪਰ ਇਹਦੇ ਨਾਲ ਇਨਫਲੇਸ਼ਨ ਨਹੀਂ ਘਟੇਗੀ, ਜੇ ਇਨਫਲੇਸ਼ਨ ਨਹੀਂ ਘਟੇਗੀ ਤਾਂ ਰੇਟ ਆਫ ਇੰਟਰਸਟ ਨਹੀਂ ਘਟੇਗਾ। ਐਗਜ਼ੈਕਟਲੀ। ਸੋ ਇਟ ਇਜ਼ ਵੀ ਹੈਵ ਟੂ ਵੇਟ ਐਂਡ ਵਾਚ। 2024 ਚ ਕੋਈ ਬਹੁਤ ਜ਼ਿਆਦਾ ਉਮੀਦ ਰੱਖਣੀ, ਜਿਹੜਾ ਤੁਹਾਡਾ ਐਨਾਲਿਸਿਸ ਹੈ ਜੋ ਅਸੀਂ ਸੁਣ ਰਹੇ ਹਾਂ, ਕੋਈ ਬਹੁਤ ਜ਼ਿਆਦਾ ਹੋਪ ਰੱਖਣ ਦੀ ਜ਼ਰੂਰਤ ਨਹੀਂ ਕਿ ਬਹੁਤ ਜ਼ਿਆਦਾ ਘਟ ਜਾਣਗੇ ਇੰਟਰਸਟ ਰੇਟਸ, ਲੈਂਡਿੰਗ ਰੇਟਸ ਬਹੁਤ ਘਟ ਜਾਣਗੇ ਬੈਂਕਸ ਦੇ, ਨਹੀਂ ਉਹ ਨਹੀਂ ਹੋਊਗਾ। ਬਟ ਹਾਂ, ਬਿਕੋਜ਼ 75% ਆਫ ਮੌਰਗੇਜਸ ਰੀਨਿਊ ਹੋ ਰਹੀਆਂ ਨੇ ਇਸ ਸਾਲ, ਜੋ ਅਸੀਂ ਮਾਰਕੀਟ 'ਚ ਸੁਣ ਰਹੇ ਹਾਂ, ਬੈਂਕਸ ਵਿਲ ਕਮ ਅਪ ਵਿਦ ਸਮ ਕ੍ਰੀਏਟਿਵ ਸੋਲਿਊਸ਼ਨਸ, ਜੋ ਅਸੀਂ ਜੋ ਉਹਨੂੰ ਕਹਿ ਰਹੇ ਨੇ ਕੋਈ ਕ੍ਰੀਏਟਿਵ, ਤਾਂ ਕਿ ਬੈਂਕਾਂ ਦੀ ਕੋਸ਼ਿਸ਼ ਹੋਏਗੀ ਵੀ ਬਹੁਤ ਵੱਡਾ ਕ੍ਰਾਈਸਿਸ ਨਾ ਖੜਾ ਹੋਏ, ਕ੍ਰਾਈਸਿਸ ਨਾ ਹੋਵੇ, ਅਤੇ ਅਸੀਂ ਆਪਣੀਆਂ ਮੌਰਗੇਜਸ ਰੀਨਿਊ ਵੀ ਕਰਦੇ ਰਹੀਏ, ਅਤੇ ਜਿਹੜਾ ਐਂਡ ਯੂਜ਼ਰ ਆਪਾਂ ਜੋ ਕੰਜ਼ਿਊਮਰ ਹਾਂ, ਅਸੀਂ ਆਪਣੀ ਜੋ ਡੈਟ ਸਰਵਿਸ ਹੈ ਉਹ ਪੇ ਕਰਦੇ ਰਹੀਏ। 2023-2024 'ਚ ਆਪਣੀ ਡੈਟ ਸਰਵਿਸ $86 ਬਿਲੀਅਨ ਪ੍ਰੋਜੈਕਟਡ ਹੈ, ਐਂਡ ਜਿਹਦੇ 'ਚੋਂ $46 ਬਿਲੀਅਨ ਸਿਰਫ ਅਤੇ ਸਿਰਫ ਆਪਣੀ ਇਹੀ ਮੌਰਗੇਜ ਇੰਡਸਟਰੀ ਰਿਲੇਟਡ ਹੈ। ਸੋ ਯਾਨੀ ਕਿ 50% ਆਫ ਆਰ ਡੈਟ ਸਰਵਿਸ ਰੇਸ਼ੀਓ ਇਜ਼ ਗੋਇੰਗ ਟੂਵਰਡਸ ਸਰਵਿਸਿੰਗ ਆਰ ਮੌਰਗੇਜਸ, ਵਿਚ ਇਜ਼ ਹਿਊਜ, ਵਿਚ ਮੀਨਸ ਕਿ ਅਗਰ ਇਨਫਲੇਸ਼ਨ ਨਹੀਂ ਘਟਦੀ ਤਾਂ ਆਪਾਂ ਉਸੇ ਰੇਟ 'ਤੇ ਆਪਣਾ ਇੰਟਰਸਟ ਪੇ ਕਰਾਂਗੇ। ਨਹੀਂ, ਗੱਲਬਾਤ ਤਾਂ ਤੁਹਾਡੇ ਨਾਲ ਹੋਰ ਵੀ ਲੰਬੀ ਹੋ ਸਕਦੀ ਸੀ, ਪਰ ਮੇਰਾ ਖਿਆਲ ਹੈ ਜੀ ਇੱਥੇ ਸਾਨੂੰ ਹੁਣ ਗੱਲਬਾਤ ਆਪਣੀ ਖਤਮ ਕਰਨੀ ਪੈਣੀ ਹੈ। ਮੈਨੂੰ ਘੜੀ ਰਿਮਾਈਂਡ ਕਰਾ ਰਹੀ ਹੈ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਥੈਂਕ ਯੂ।